सब तो पहला दसम पातशाह जी की बख्शिश फतेह दी सांझ पाओ। वाहेगुरु जी का खालसा, वाहेगुरु जी की फतेह। अज की जी प्रेस कॉन्फ्रेंस रखी गई है सिख सेवक सोसाइटी इंटरनेशनल वालों जी रखी गई है, जिस दे विच असी जेडे पुराने जेडे हालात कुछ दिनों तो पंजाब विच जो कुछ हो रहा है ते जेडे अज के नवीनतम हालात ने अज की हालात ने उनके बारे तुहाडे नाल थोड़ी असी विचार साझे करांगे। साडे विच ज्ञानी केवल सिंह जी, साबका जथेदार तखत श्री दमदमा साहब, नाल सरदार जिंदर सिंह जी पूरेवाल, चेयरमैन सिख सेवक सोसाइटी ਅਤੇ जनरल ਸਕੱਤਰ अखंड कीर्तनी जथा यूरोप ਅਤੇ ਉਹਨਾਂ ਦੇ ਸਾਥੀ ਵੀ यूके तो काफ़ी ਨਾਲ ਆਏ ਹਨ। ਉਹਨਾਂ ਤੋਂ ਇਲਾਵਾ सरदार इकबाल सिंह जी, साबका DAG ਅਤੇ ਪੰਥਕ ਵਿਦਵਾਨ ਔਰ ਸਾਡੇ ਸਿੱਖ ਸੇਵਕ सोसाइटी ਦੇ ਉਹ ਇੰਟਰਨੈਸ਼ਨਲ ਪੱਧਰ ਦੇ ਅਹੁਦੇਦਾਰ ਹਨ ਹਾਈ ਕਮਾਂਡ ਦੇ ਵਿੱਚ। ਉਹਨਾਂ ਤੋਂ ਇਲਾਵਾ ਭਾਈ ਹਰਜੀਤ ਸਿੰਘ ਜੀ, ਮਿਸ਼ਨਰੀ ਅਤੇ ਐਡੀਟਰ ਸਿੱਖ ਫਲਵਾੜੀ, ਸੁਰਿੰਦਰਪਾਲ ਸਿੰਘ ਗੋਲਡੀ, ਸੀਨੀਅਰ ਮਿਤ ਪ੍ਰਧਾਨ ਸਿੱਖ ਸੇਵਕ सोसाइटी ਇੰਟਰਨੈਸ਼ਨਲ, ਭਾਈ ਪ੍ਰਿਥੀਪਾਲ ਸਿੰਘ ਜੀ ਜਿਹੜੇ ਕਿ ਸਰਦਾਰ ਜੋਗਿੰਦਰ ਸਿੰਘ ਜੀ ਵਿਦੰਤੀ ਜਥੇਦਾਰ, ਉਹ ਵੀ ਸਾਡੇ ਵਿੱਚ ਮੇਰੇ ਖਿਆਲ ਹੈ ਕੁਝ ਟਾਈਮ ਵਿੱਚ ਪਹੁੰਚ ਜਾਣਗੇ, ਕਿਉਂਕਿ ਰਸਤੇ 'ਚ ਅੰਮ੍ਰਿਤਸਰ ਤੋਂ ਆਉਂਦਿਆਂ ਕਹਿੰਦੇ ਨੇ ਕਾਫੀ ਮੁਸ਼ਕਲਾਂ ਹੋਈਆਂ ਨੇ। ਬਿਆਸਾ ਵੀ ਬੜਾ ਤਕੜਾ ਧਰਨਾ ਸੀ। ਉਹਨਾਂ ਨੇ ਜਿਹੜਾ ਨਾਲ ਭਾਈ ਪ੍ਰਿਥੀਪਾਲ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ PA ਵੀ ਹਨ ਔਰ ਆਲ ਇਨ ਆਲ ਉਹਨਾਂ ਦੇ ਨਾਲ ਉਹ ਵੀ ਇੱਥੇ ਪਹੁੰਚ ਚੁੱਕੇ ਹਨ। ਉਹਨਾਂ ਤੋਂ ਇਲਾਵਾ ਹੋਰ ਵੀ ਪੰਥਕ ਜਥੇਬੰਦੀਆਂ ਸਾਡੇ ਪਹੁੰਚੀਆਂ ਹਨ। ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ, ਉਹ ਵੀ ਕੁਝ ਟਾਈਮ ਦੇ ਵਿੱਚ ਇੱਥੇ 2-4 ਮਿੰਟਾਂ 'ਚ ਹੀ ਪਹੁੰਚਣ ਲੱਗੇ ਹਨ, ਜਿਹੜੇ ਕਿ ਅਕਾਲ ਪੁਰਖ ਦੀ ਫੌਜ ਤੁਸੀਂ ਜਾਣਦੇ ਹੋ ਉਹਦੇ ਮੁੱਖ ਕਰਤਾ ਧਰਤਾ ਵੀ ਹਨ। ਔਰ ਮੈਂਬਰ ਸ਼੍ਰੋਮਣੀ ਕਮੇਟੀ, ਐਕਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਪਹੁੰਚ ਰਹੇ ਹਨ। ਸੋ ਮੇਨ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ ਸਾਰੇ ਪੱਤਰਕਾਰ ਸਾਹਿਬਾਨ, ਕਿ ਇੱਕ ਤੇ ਸਭ ਤੋਂ ਪਹਿਲਾਂ ਜਿਹੜਾ ਜੋ ਕੁਝ ਘਟਨਾਕ੍ਰਮ ਹੋਇਆ ਪੰਜਾਬ ਵਿੱਚ, ਸਭ ਤੋਂ ਪਹਿਲਾਂ ਸੋਦਾ ਸਾਹਿਬ ਨੂੰ ਜਿਹੜੀ ਮਾਫੀ ਦਿੱਤੀ ਗਈ ਉਹਨੂੰ ਆਪਣੇ ਪੰਥ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ। ਉਸ ਤੋਂ ਬਾਅਦ ਜੋ ਇੱਕਦਮ ਜਿਹੜੇ ਨੇ ਘਟਨਾਕ੍ਰਮ ਹੋਏ, श्री गुरु ग्रंथ साहब की जी बेदबी की गई और उन्होंने चैलेंज किया 1 जून को महाराज का स्वरूप चुकया और उस तो बाद उन्होंने कहा भी अगर तुहाडे जरूरत है तो स्वरूप लभ लो जिन्होंने तुसीं गुरु कहते हो। तो उस तो बाद बेदबी करके गली गली दे विच उन्होंने स्वरूप के 125 के करीब अंग गुरु ग्रंथ साहब महाराज के जगह जगह सुटे। सो सारे पत्रकार साहबान सारे चंगी तरह जाणू हैं खालसा पंथ विच श्री गुरु ग्रंथ साहब की की महत्वता है और गुरु ग्रंथ साहब ਨੂੰ ਸਿੱਖ ਜਿਹੜਾ ਹੈ ਸਭ ਤੋਂ ਉੱਤੇ ਜਿਹੜੇ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਹਿੰਦਾ ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਜਿਹੜੀ ਹੈ ਉਹ ਕੋਈ ਵੀ ਸਿੱਖ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰ ਸਕਦਾ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਚੈਲੰਜ ਦੇ ਕੇ ਕਿਹਾ ਔਰ ਬੇਦਬੀ ਕੀਤੀ ਔਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਤੁਸੀਂ ਜਾਣਦੇ ਹੋ ਕਿ 5 ਪਿਆਰੇ ਜਿਹੜੇ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜੇ ਪਰਸੋਂ ਹੀ ਉਹਨਾਂ ਨੇ ਤਲਬ ਕਰ ਲਿਆ ਤੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਮੁਅੱਤਲ ਕਰਤਾ। ਸੋ 5 ਪਿਆਰਿਆਂ ਦੀ ਜਿਹੜੀ ਗੱਲ ਹੈ ਉਹ ਸਾਰੇ ਜਿਹੜੇ ਨੇ ਜਿਹੜਾ ਵੀ ਇਤਿਹਾਸ ਬਾਰੇ ਸਿੱਖਾਂ ਦੇ ਜਾਣਦਾ ਹੈ ਕਿ 5 ਪਿਆਰਿਆਂ ਦੀ ਕੀ ਸਿੱਖੀ ਦੇ ਵਿੱਚ ਮਹੱਤਵਤਾ ਹੈ, ਕੀ ਉਹਨਾਂ ਦੀ ਇੰਪੋਰਟੈਂਸ ਹੈ, ਜਿਨ੍ਹਾਂ ਦਾ ਹੁਕਮ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਹੀਂ ਕਦੀ ਨਕਾਰਿਆ ਔਰ ਆਪਣੇ ਤੋਂ ਉਹਨਾਂ ਨੇ ਵੱਡਾ ਉਹਦਾ ਜਿਹੜਾ ਉਹ ਜਿਹੜਾ ਉਹਨਾਂ ਨੇ 5 ਪਿਆਰਿਆਂ ਨੂੰ ਦਿੱਤਾ। ਔਰ ਤੁਸੀਂ ਜਾਣਦੇ ਹੋ ਇਤਿਹਾਸ ਦੇ ਬਾਰੇ 'ਚ ਜਦੋਂ ਦਾਦੂ ਦੀ ਕਬਰ ਤੇ ਦਸਮ ਪਾਤਸ਼ਾਹ ਦਾ ਤੀਰ ਹੀ ਖਾਲੀ ਨਿਵਿਆ ਸੀ ਤੇ ਸਿੰਘਾਂ ਨੇ ਉਹਨਾਂ ਨੂੰ ਜਿਹੜਾ ਤਲਬ ਕਰ ਲਿਆ ਸੀ ਤੇ ਉਹਨਾਂ ਨੇ ਦਸਮ ਪਾਤਸ਼ਾਹ ਨੇ ਜਿਹੜੀ ਗਲਤੀ ਮੰਨ ਕੇ ਨਾਲ ਇਹ ਵੀ ਗੱਲ ਕਹੀ ਸੀ ਬਈ ਇੱਕ ਉਹਨਾਂ ਕਿਸਮ ਦੀ ਪ੍ਰੀਖਿਆ ਲੈ ਰਹੇ ਸਨ ਕਿ ਮੈਨੂੰ ਨਜ਼ਰ ਆ ਰਿਹਾ ਵੀ ਜਿਹੜਾ ਪੰਥ ਮੇਰਾ ਜਾਗਦਾ ਹੈ, ਮੇਰਾ ਪੰਥ ਨੂੰ ਪਤਾ ਹੈ ਬਈ ਕਿਹੜਾ ਗਲਤੀ ਕਿੱਥੇ ਕਰੇ ਤੇ ਉਹਨੂੰ ਕਿਵੇਂ ਸਜ਼ਾ ਦੇਣੀ ਹੈ। ਉਸ 5 ਪਿਆਰਿਆਂ ਦੀ ਜਿਹੜੀ ਗੱਲ ਹੈ ਦਸਮ ਪਾਤਸ਼ਾਹ ਨੇ ਤੇ ਇਹ ਕਿਹਾ ਵੀ ਗੁਰੂ ਜਿਹੜਾ ਮੇਰੀ ਆਤਮਾ ਜਿਹੜੀ ਹੈ ਗ੍ਰੰਥ ਵਿੱਚ ਹੈ ਔਰ ਸਰੀਰ ਮੇਰਾ ਪੰਥ ਵਿੱਚ ਹੈ। ਤੇ ਉਹ ਪੰਥ ਕੀ ਹੈ? ਉਹ ਪੰਥ ਜਿਹੜੇ ਨੇ 5 ਪਿਆਰੇ ਸੀ ਜਿਹੜੇ ਗੁਰੂ ਦੇ ਸਿੱਖਾਂ ਔਰ ਜਿਹੜੇ ਸਿੱਖ ਨੇ ਉਹ ਜਿਹੜੇ ਨੇ ਇੱਕ ਪੰਥ ਹੈ। ਸੋ ਜਿਹੜਾ ਪੰਥ ਦੀ ਗੱਲ ਜਿਹੜੀ ਹੈ ਤਦੀ ਜਿਹੜਾ ਕਿਸੇ ਕਵੀ ਨੇ ਕਿਹਾ
कि ਜਿਹੜਾ ਦਸਮ ਪਾਤਸ਼ਾਹ ਨੂੰ ਆਪੇ ਗੁਰੂ ਚੇਲਾ ਉਹਨਾਂ ਨੇ ਜਿਹੜਾ ਗੁਰੂ ਸਾਹਿਬ ਨੇ ਆਪ ਪਹਿਲੇ ਜਿਹੜਾ ਅੰਮ੍ਰਿਤ ਜਿਹੜਾ ਪੰਜ ਪਿਆਰਿਆਂ ਕੋਲੋਂ ਛਕਿਆ ਤੇ ਫਿਰ ਜਿਹੜਾ ਉਹਨਾਂ ਨੇ ਜਿਹੜਾ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਦਾ ਜੋ ਇਹਨਾਂ ਨੇ ਕਿਹਾ ਪੰਜ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਪਤਾ ਵੀ ਜਿਹੜੇ ਸਿੰਘ ਜਿਹੜੇ ਨੇ ਜਿਹੜੇ ਉਸੇ ਉਹਨਾਂ ਦੇ ਝੂਠੇ ਕੇਸ ਪਾਏ ਗਏ ਰੁਪਿੰਦਰ ਸਿੰਘ ਤੇ ਹੋਰ ਜਿਹੜਾ ਇੱਕ ਨਾਲ ਜਿਹੜੇ ਸਿੰਘ ਸਨ ਉਹਦੇ ਬਾਰੇ ਚ ਜਸਵਿੰਦਰ ਸਿੰਘ ਔਰ ਬਾਹਰੋਂ ਹੀ ਉਹਨਾਂ ਦੀ ਜਿਹੜੀ ਜਿਨ੍ਹਾਂ ਨਾਲ ਤਾਰਾਂ ਐਵੇਂ ਫਾਲਤੂ ਵਿਦੇਸ਼ੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਇਹਨਾਂ ਨੂੰ ਪਤਾ ਵੀ ਇੰਪੋਰਟੈਂਸ ਜਿਹੜੀ ਹੈ ਵਿਦੇਸ਼ੀ ਸਿੱਖਾਂ ਦਾ ਹਮੇਸ਼ਾ ਸਾਨੂੰ ਇੱਥੇ ਲੂਣਾ ਦੇ ਕੇ ਜਾਂਦੇ ਨੇ ਜਦੋਂ ਇੱਥੇ ਆਉਂਦੇ ਨੇ ਪੰਜਾਬ ਵਿੱਚ ਇੱਕ ਬੜੀ ਵੱਡੀ ਮੈਂ ਕਹਿੰਦਾ ਸਿੱਖੀ ਸੰਭਾਲ ਦੇ ਵਿੱਚ ਔਰ ਸਿੱਖੀ 'ਚ ਜਾਗਰਤੀ ਪੈਦਾ ਕਰਨ ਲਈ ਬੜੀ ਵੱਡੀ ਦੇਣ ਹੈ ਵਿਦੇਸ਼ੀ ਸਿੱਖਾਂ ਦੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਤੋੜੋ ਔਰ ਉਹਨਾਂ ਦੇ ਨਾਲ ਤਾਰ ਜੋੜਤੇ ਜੀ ਉਹਨਾਂ ਦਾ ਆਸਟ੍ਰੇਲੀਆ ਤੇ ਉਹਨਾਂ ਦਾ ਦੁਬਈ ਜਿਹੜੇ ਨੇ ਲਿੰਕ ਨੇ ਉਹ ਕੇਵਲ ਤੇ ਕੇਵਲ ਬਦਨਾਮ ਕਰਨ ਲਈ ਜਿਹੜਾ ਸਾਰਾ ਕੁਝ ਕੀਤਾ ਗਿਆ ਔਰ ਅਸੀਂ ਜਿਹੜਾ ਚਾਹੁੰਦੇ ਹਾਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵੀ ਸਾਡੇ ਪੰਥਕ ਤਾਲਮੇਲ ਸੰਗਠਨ ਦੇ ਆਲ ਇਨ ਆਲ ਬੈਠੇ ਹਨ ਔਰ ਜਿਹੜੇ ਸਾਬਕਾ ਜਥੇਦਾਰ ਸ਼੍ਰੀ ਦਮਦਮਾ ਸਾਹਿਬ यानी केवल सिंह जी और ਅਸੀਂ ਸਾਰੇ ਜਿਹੜੇ ਆ ਇਕਜੁੱਟ ਹੋ ਕੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦੇ ਵਿੱਚ ਅਸੀਂ ਇੱਕ ਤੇ ਮੰਗ ਕਰਨੇ ਆ ਬਈ ਇਹਦੀ ਜਾਂਚ ਜਿਹੜੀ ਹੈ ਸੀਬੀਆਈ ਵੀ ਆਪਣੇ ਤੌਰ ਦੇ ਉੱਤੇ ਕਰੇ ਕਿਉਂਕਿ ਸਾਨੂੰ ਪੰਜਾਬ ਸਰਕਾਰ ਤੇ ਕੋਈ ਭਰੋਸਾ ਨਹੀਂ ਬਈ ਉਹ ਜਿਹੜੀ ਜਾਂਚ ਹੈ ਸਹੀ ਕਰੇਗੀ ਲੇਕਿਨ ਜਿਹੜਾ ਸਾਰੀਆਂ ਜਥੇਬੰਦੀਆਂ ਨੇ ਧਾਰਮਿਕ ਪੰਥ ਪ੍ਰੀਤ ਸਿੰਘ यानी केवल सिंह जी नाल सरदार रंजीत सिंह ढट्टियां वाले और भी ਜਿਹੜੇ ਪੰਥਕ ਵਿਦਵਾਨ ਨੇ ਉਹਨਾਂ ਨੇ ਜਿਹੜਾ ਪੀਪਲਸ ਕਮਿਸ਼ਨ ਬਣਾਇਆ ਹੈ ਉਹਦੀ ਅਸੀਂ ਸਮਰਥਨ ਦਿੰਦੇ ਆ ਔਰ ਸਿੱਖ ਸੇਵਕ ਸੁਸਾਇਟੀ ਵੱਲੋਂ ਵੀ ਤੁਹਾਨੂੰ ਮੈਂ ਜਾਣੂ ਕਰਾਉਣਾ ਚਾਹੁੰਦਾ ਕਿ ਅਸੀਂ ਵੀ ਇੱਕ ਜਿਹੜੀ ਇਹ ਟੀਮ ਸਰਦਾਰ ਇਕਬਾਲ ਸਿੰਘ ਜੀ ਦੇ ਜਿਹੜੇ ਅੰਡਰ ਇੱਕ ਟੀਮ ਜਿਹੜੀ ਇੱਕ ਅਸੀਂ ਜਾਂਚ ਕਮੇਟੀ ਬਣਾਈ ਸੀ ਉਹਨੇ ਕਾਫੀ ਕੰਮ ਇਸ ਦੇ ਉੱਤੇ ਕੀਤਾ ਵੀ ਹੈ ਔਰ ਅੱਗੋਂ ਵੀ ਕਰ ਰਹੀ ਹੈ ਅਸੀਂ ਜਿਹੜਾ ਪੂਰਾ ਸਮਰਥਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਇਹ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਦਿੰਦੇ ਆ ਔਰ ਜਿਹੜੀ ਇਹ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਪੀਪਲਸ ਜਿਹੜਾ ਕਮਿਸ਼ਨ ਬਣਾਇਆ ਉਹਦਾ ਅਸੀਂ ਪੂਰਾ ਸਾਥ ਦੇਵਾਂਗੇ ਔਰ ਤਾਂ ਕਿ ਜਿਹੜੀ ਇਹ ਇਨਸਾਫ ਮਿਲ ਸਕੇ ਨਜਾਇਜ਼ ਕੇਸ ਨਾ ਪੈ ਸਕਣ ਜਿਹੜੇ ਸਾਡੇ ਸਿੱਖ ਵੀਰਾਂ ਤੇ ਉਸ ਤੋਂ ਇਲਾਵਾ ਜਿਹੜੀ ਇਹ ਇੱਕ ਜਿਹੜੀ ਅਸੀਂ ਗੱਲ ਕਰਨਾ ਚਾਹਾਂਗੇ ਬਈ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਹੋਣੇ ਚਾਹੀਦੇ ਨੇ ਜਿਹੜੇ ਪ੍ਰਦਰਸ਼ਨ ਨੇ ਦੇਖੋ ਬੰਦ ਜਿਹੜਾ ਇੱਕ ਵਾਰ ਕਾਲ ਆਈ ਸੀ ਔਰ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਪੂਰਨ ਤੌਰ ਤੇ ਪੰਜਾਬ ਬੰਦ ਹੋਇਆ ਨਜਾਇਜ਼ ਤੌਰ ਦੇ ਉੱਤੇ ਬੰਦ ਜਾ ਕੇ ਜਿਹੜੇ ਕਰਾਣੇ ਨੇ ਆਪਣੇ ਤੌਰ ਦੇ ਆ ਮੋਹਰੇ ਬਣ ਕੇ ਉਹ ਬਿਲਕੁਲ ਗਲਤ ਨੇ ਅਸੀਂ ਉਹਦੀ ਜਿਹੜੀ ਇਹ ਨਹੀਂ ਹੁੰਦਾ ਸਮਰਥਨ ਬਿਲਕੁਲ ਨਹੀਂ ਕਰਾਂਗੇ ਕਿਉਂਕਿ ਇੱਕ ਜਿਹੜਾ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਹੈ ਸਾਈਡ ਤੇ ਬਹਿ ਕੇ ਅਸੀਂ ਆਪਣਾ ਮੈਸੇਜ ਸਭ ਪਾਸੇ ਦੇ ਸਕਦੇ ਹਾਂ ਮੈਂ ਵੇਖਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਔਰ ਪਿੱਛੇ ਬੰਬੇ ਦੇ ਵਿੱਚ ਵੀ ਕੁਝ ਸਿੰਘਾਂ ਨੇ ਹੱਥ ਵਿੱਚ ਜਿਹੜੇ ਨੇ ਪੋਸਟਰ ਫੜੇ ਨੇ ਤੇ ਉਹਨਾਂ ਨੇ ਜਿਹੜਾ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਵੇਂ ਸਿੱਖਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਵਿੱਚ ਕੀ ਅਗਲਾ ਸਿੱਖ ਮੈਂ ਤੇ ਨਹੀਂ ਹੋ ਸਕਦਾ ਉਹਨਾਂ ਨੇ ਇਹ ਜਿਹੜੀ ਗੱਲ ਕਹੀ ਹੈ ਬੜਾ ਸੋਹਣੇ ਤਰੀਕੇ ਨਾਲ ਉਹਨਾਂ ਨੇ ਪ੍ਰਦਰਸ਼ਨ ਕੀਤਾ ਔਰ ਸਾਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਉਹਦਾ ਮੈਸੇਜ ਬੜਾ ਵਧੀਆ ਗਿਆ ਹੈ ਕਿਉਂਕਿ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਹੈ ਉਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ ਕਿਉਂਕਿ ਸਿੱਖ ਕੌਮ ਦੀ ਜਿਹੜੀ ਇੱਕ ਬੜੀ ਵੱਡੀ ਗੱਲ ਪਿੱਛੇ ਜਿਹੜੀ ਆਈ ਹੈ ਕਿ ਸਿੱਖ ਜਿਹੜੇ ਨੇ ਜਿਵੇਂ ਕਿ ਲੰਗਰ ਦੀ ਸੇਵਾ ਦੀ ਗੱਲ ਆਈ ਹੈ ਜਿੱਥੇ ਬਾੜ ਆਈ ਜਿੱਥੇ ਭੁਚਾਲ ਆਇਆ ਸਿੱਖਾਂ ਨੇ ਉੱਥੇ ਲੰਗਰ ਘਰ ਘਰ ਪਹੁੰਚਾਏ ਸਾਰੇ ਵਰਲਡ ਦੇ ਵਿੱਚ ਸਿੱਖਾਂ ਦੀ ਗੱਲ ਬਣੀ ਹੈ ਸੋ ਅਸੀਂ ਇਸ ਗੱਲ ਨੂੰ ਖਰਾਬ ਨਾ ਕਰੀਏ ਜਾ ਕੇ ਅਸੀਂ ਕਿਰਪਾਨਾਂ ਕੱਢ ਕੇ ਜਾਂ ਕਿਸੇ ਦੇ ਸ਼ਟਰ ਤੋੜੀਏ ਜਾਂ ਸ਼ੀਸ਼ੇ ਤੋੜੀਏ ਔਰ ਇਹਨੂੰ ਫਿਰਕੂ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਨਾ ਕਰੀਏ ਸਾਡਾ ਝਗੜਾ ਕਿਸੇ ਜਿਹੜੀ ਇਹ ਜਥੇਬੰਦੀ ਕਿਸੇ ਜਿਹੜੀ ਇਹ ਫਿਰਕੂ ਕਰਕੇ ਕਿਸੇ ਧਰਮ ਦੇ ਨਾਲ ਨਹੀਂ ਸਾਡਾ ਜਿਹੜਾ ਹੈਗਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰੋ ਸਾਡਾ ਜਿਹੜਾ ਵੈਰ ਅਗਰ ਹੈਗਾ ਤੇ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਵਿੱਚ ਜਿਹੜਾ ਸਭ ਕੁਝ ਕੀਤਾ ਹੈ ਅਸੀਂ ਬਿਲਕੁਲ ਇਹ ਚੀਜ਼ਾਂ ਦੇ ਹੱਕ ਵਿੱਚ ਨਹੀਂ ਕਿ ਜਿਹੜਾ ਇਹਨਾਂ ਦਾ ਵਿਰੋਧ ਕੀਤਾ ਜਾਏ ਅਗਰ ਤੁਸੀਂ ਪ੍ਰਦਰਸ਼ਨ ਕਰਨਾ ਹੀ ਨੇ ਤੇ ਹੋਰ ਬੜੇ ਤਰੀਕੇ ਨੇ ਕਰੋ ਤੁਸੀਂ ਪ੍ਰਦਰਸ਼ਨ ਜਿਨ੍ਹਾਂ ਤੋਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਰੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਰੋ ਉੱਥੇ ਜਾ ਕੇ ਹੋਰ ਜਿਵੇਂ ਮੁੱਕੜ ਦੇ ਕੀਤਾ ਉੱਥੇ ਅਵਤਾਰ ਸਿੰਘ ਦੇ ਬੜਾ ਵਧੀਆ ਗੱਲ ਹੈ ਦਿੱਲੀ ਕਮੇਟੀ ਦੇ ਮਨਜੀਤ ਸਿੰਘ ਗ੍ਰੇਟਰ ਕਲਾਸ ਦੇ ਖਿਲਾਫ ਹੋਇਆ ਇਸ ਤਰੀਕੇ ਨਾਲ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਮੁਬਾਰਕ ਹੈ ਤੁਸੀਂ ਕਰੋ ਪ੍ਰਦਰਸ਼ਨ ਅਸੀਂ ਕਿਸੇ ਹੋਰ ਜਾ ਕੇ ਵਪਾਰੀਆਂ ਨੂੰ ਤੰਗ ਕਰੀਏ ਸਿੱਖ ਵੀ ਵਪਾਰੀ ਨੇ ਇਹ ਗੱਲ ਨਹੀਂ ਵੀ ਖਾਲੀ ਹਿੰਦੂ ਕਮਿਊਨਿਟੀ ਵਪਾਰੀ ਹੈ ਜਾਂ ਕੋਈ ਮੁਸਲਮਾਨ ਕਮਿਊਨਿਟੀ ਵਪਾਰੀ ਹੈ ਸਿੱਖ ਵੀ ਵਪਾਰੀ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਵੀ ਅਸੀਂ ਵਿਰੋਧ ਛੇੜ ਰਹੇ ਹਾਂ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਕਿਸੇ ਤਰ੍ਹਾਂ ਦੇ ਜਿਹੜਾ ਬਿਲਕੁਲ ਅਸੀਂ ਹੱਕ 'ਚ ਨਹੀਂ ਔਰ ਉਸ ਤੋਂ ਇਲਾਵਾ ਜਿਹੜਾ ਇੱਕ ਗੱਲ ਮੈਂ ਜਿਹੜੀ ਹੋਰ ਤੁਹਾਡੇ ਨਾਲ ਕਰਨੀ ਹੈ ਸਾਂਝੀ ਇੱਕ ਸਰਦਾਰ ਸੁਖਦੇਵ ਸਿੰਘ ਭੂਰ ਜੀ ਨੇ ਬੜਾ ਵਧੀਆ ਸਟੈਂਡ ਲਿਆ ਅੱਗੇ ਵੀ ਉਹਨਾਂ ਨੇ ਸਟੈਂਡ ਲਿਆ ਇਸ ਮੁੱਦੇ ਦੇ ਉੱਤੇ ਔਰ ਮੈਂ ਬੇਨਤੀ ਕਰਾਂਗਾ ਸਰਦਾਰ ਦਵਿੰਦਰਜੀਤ ਸਿੰਘ ਚਾਵਲਾ ਔਰ ਮਨਜੀਤ ਸਿੰਘ ਸਾਡੇ ਅੰਮ੍ਰਿਤਸਰ ਤੋਂ
ਜਿਹੜੇ ਗੱਤਕਾ ਮਾਸਟਰ ਗੁਰਪਾਲ ਸਿੰਘ ਜੀ ਉਹ ਸਾਡੇ ਅੰਮ੍ਰਿਤਸਰ ਯੂਨਿਟ ਦੇ ਵੀ ਸਿੱਖ ਸੇਵਕ ਸੁਸਾਇਟੀ ਦੇ ਸਾਡੇ ਸਾਥੀ ਪਹੁੰਚ ਚੁੱਕੇ ਨੇ, ਵੀ ਆ ਜਾਓ ਮਗਰ ਇੱਧਰ ਹੀ ਆ ਜਾਓ। ਸਾਰਿਆਂ ਨੂੰ ਬੇਨਤੀ ਹੈ, ਬਲਦੇਵ ਸਿੰਘ ਬੱਲ ਵੀ ਆਏ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਇੱਧਰ ਇਸ ਪਾਸੇ ਆ ਜਾਓ। ਉਸ ਪਾਸੇ ਸਾਹਮਣੇ ਪੱਤਰਕਾਰ ਸਾਹਿਬਾਨ ਦੀ ਜਗ੍ਹਾ ਹੈ। ਚਮਕ ਸਾਹਿਬ ਨੂੰ ਕਹਾਂਗਾ, ਸੁਖਮਨੀ ਸੇਵਾ ਸੁਸਾਇਟੀ ਵਾਲੇ ਜਿਹੜੇ ਨੇ ਪ੍ਰਧਾਨ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਪਾਸੇ ਆ ਜਾਓ, ਉਹ ਪੱਤਰਕਾਰਾਂ ਦੀ ਜਗ੍ਹਾ ਹੈ। ਔਰ ਮੈਂ ਇੱਕ ਹੋਰ ਸਾਹਿਬ ਦਾ ਦੱਸਣਾ ਚਾਹਾਂਗਾ, ਉਹਨਾਂ ਨੇ ਬੜਾ ਵਧੀਆ ਸ਼੍ਰੋਮਣੀ ਕਮੇਟੀ ਸਟੈਂਡ ਹੈ। ਅਸੀਂ ਸਿੱਖ ਸੇਵਕ ਸੁਸਾਇਟੀ ਵੱਲੋਂ ਉਹਨਾਂ ਦੀ ਪੂਰੀ ਜਿਹੜੀ ਹੈ ਪ੍ਰਸ਼ੰਸਾ ਕਰਨੇ ਆ। ਔਰ ਕੱਲ ਵੀ ਉਹਨਾਂ ਨੇ ਜਿਹੜਾ ਪੰਜ ਪਿਆਰਿਆਂ ਦੇ ਜਿਹੜੇ ਕਰਕੇ ਸਟੈਂਡ ਹੈ, ਵੀ ਪੰਜ ਪਿਆਰਿਆਂ ਨੂੰ ਜਿਹੜਾ ਤੁਸੀਂ ਮੁਅੱਤਲ ਕੀਤਾ ਉਹਦੇ ਖਿਲਾਫ, ਉਹਨਾਂ ਦਾ ਬੜਾ ਵਧੀਆ ਸਟੈਂਡ ਉਹਨਾਂ ਦਾ ਰਿਹਾ। ਅਸੀਂ ਉਹਦੀ ਪੂਰੀ ਤਰ੍ਹਾਂ ਜਿਹੜੀ ਹੈ ਉਹਦੀ ਅਸੀਂ ਪ੍ਰਸ਼ੰਸਾ ਕਰਨੇ ਆ। ਔਰ ਮੈਂ ਪੱਤਰਕਾਰ ਸਾਹਿਬਾਨ ਨੂੰ ਵੀ ਕਹਾਂਗਾ ਕਿ ਜਿਹੜਾ ਵਧੀਆ ਤੋਂ ਵਧੀਆ ਤੁਸੀਂ ਲਿਖੋ, ਕਿਉਂਕਿ ਸਾਡੀ ਮਨਸ਼ਾ ਜਿਹੜੀ ਹੈ ਪੰਜਾਬ ਵਿੱਚ ਕੋਈ ਗੜਬੜ ਜਾਂ ਕੁਝ ਕਰਾਉਣ ਦੀ ਨਹੀਂ। ਅਸੀਂ ਤਾਂ ਚਾਹੁੰਦੇ ਆ ਵੀ ਸਾਨੂੰ ਜਿਹੜਾ ਜੋ ਸਾਡੇ ਨਾਲ ਜਾਤੀ ਹੋ ਰਹੀ ਹੈ ਸਿੱਖ ਧਰਮ ਦੇ ਨਾਲ, ਉਹਨਾਂ ਦੀ ਜਿਹੜੀ ਇਹ ਗੱਲ ਜਿਹੜੀ ਹੈ ਪਹੁੰਚਾਓ, ਜਗ੍ਹਾ ਜਗ੍ਹਾ ਪਹੁੰਚੇ। ਔਰ ਅਸੀਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਸ਼੍ਰੋਮਣੀ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਤੋਂ ਵੀ ਔਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਵੱਲੋਂ ਵੀ, ਅਸੀਂ ਉਹਨਾਂ ਦੀ ਵੀ ਪੁਰਜੋਰ ਜਿਹੜੀ ਹੈ ਉਹਨਾਂ ਦੀ ਜਿਹੜੀ ਸੇਵਕ ਕਰਨੇ ਆ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਜਿਨ੍ਹਾਂ ਨੇ ਅਤੇ ਅਸਤੀਫੇ ਦਿੱਤੇ ਨੇ। ਔਰ ਮੈਂ ਜਿਹੜੀ ਇਹ ਗੱਲ ਹੋਰ ਜਿਹੜੀ ਇਹ ਕਹਾਂਗਾ ਕਿ ਹੁਣ ਜਿਹੜੇ ਬੁਲਾਰੇ ਨੇ ਉਹ ਆਪਣੇ ਆਪਣੇ ਸਾਰੇ ਵਿਚਾਰ ਰੱਖਣਗੇ। ਸਭ ਤੋਂ ਪਹਿਲਾਂ ਮੈਂ ਜਿਹੜੀ ਬੇਨਤੀ ਕਰਾਂਗਾ ਗਿਆਨੀ ਕੇਵਲ ਸਿੰਘ ਜੀ ਨੂੰ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਉਹ ਆਪਣੇ ਵਿਚਾਰ ਰੱਖਣਗੇ। ਦੂਸਰਾ ਵਿਚਾਰ ਰੱਖਣਗੇ ਸਰਦਾਰ ਰਜਿੰਦਰ ਸਿੰਘ ਜੀ ਪੂਰੇਵਾਲ, ਚੇਅਰਮੈਨ ਸਿੱਖ ਸੇਵਕ ਸੁਸਾਇਟੀ ਔਰ ਜਨਰਲ ਸੈਕਟਰੀ ਅਖੰਡ ਕੀਰਤਨੀ ਜਥਾ ਯੂਰਪ। ਉਹਨਾਂ ਤੋਂ ਇਲਾਵਾ ਭਾਈ ਸਰਦਾਰ ਇਕਬਾਲ ਸਿੰਘ ਜੀ ਪੰਥਕ ਵਿਦਵਾਨ, ਉਹ ਆਪਣੇ ਵਿਚਾਰ ਰੱਖਣਗੇ। ਔਰ ਨਾਲ ਜਿਹੜਾ ਵਿਚਾਰ ਰੱਖਣਗੇ ਭਾਈ ਹਰਜੀਤ ਸਿੰਘ ਜੀ ਸਿੱਖ ਫੁਲਵਾੜੀ ਵਾਲੇ, ਉਹ ਆਪਣੇ ਆਪਣੇ ਵਿਚਾਰ ਤੁਹਾਡੇ ਨਾਲ, ਸਿਰਫ ਜ਼ਿਆਦਾ ਟਾਈਮ ਤੁਹਾਡਾ ਨਹੀਂ ਲਾਂਗੇ, ਸਿਰਫ 5-5 ਮਿੰਟ ਦਾ ਟਾਈਮ ਲੈਣਗੇ ਵੱਧ ਤੋਂ ਵੱਧ। ਉਸ ਤੋਂ ਬਾਅਦ ਜੋ ਵੀ ਤੁਸੀਂ ਪੁੱਛਣਾ ਹੋਵੇ, ਤੁਸੀਂ ਜਿਨ੍ਹਾਂ ਕੋਲੋਂ ਵੀ ਤੁਸੀਂ ਪੁੱਛ ਸਕਦੇ ਹੋ। ਸਾਰਿਆਂ ਨੂੰ ਮੈਂ ਕਹਾਂਗਾ, ਬੇਨਤੀ ਕਰਾਂਗਾ ਬਈ ਆਪਾਂ ਬਿਲਕੁਲ ਚੁੱਪਚਾਪ ਸਾਰੇ ਉਹਨਾਂ ਦੇ ਵਿਚਾਰ ਸੁਣਨੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਾ ਹੀ ਤੁਸੀਂ ਵਾਰ-ਵਾਰੀ ਕਰਨਾ ਜਾਂ ਸਵਾਲ ਪੁੱਛ ਲਈਏ ਕਿ ਤੁਸੀਂ ਦੇਖ ਲਓ ਜਿਸ ਤਰ੍ਹਾਂ ਸਵਾਲ ਪੁੱਛ ਲਓ। ਜਿਹੜੀ ਅੱਜ ਦੀ ਸਿੰਘ ਸਾਹਿਬ ਤਾਜ਼ਾ ਕਰਨਾ ਹੈਗੀ ਹੈ ਕਿ ਜਿਹੜੇ ਪੰਜ ਪਿਆਰੇ ਨੇ ਕੰਮ ਕਰਦੇ ਹਨ, ਉਹਨਾਂ ਨੇ ਕਿਹਾ ਕਿ ਅਬਦੁਲ ਜੀ ਪੱਤਰਕਾਰਾਂ ਨੂੰ ਸੈੱਟ ਕਰੇ ਕਿ ਉਹ ਦੋਸ਼ੀ ਨੇ। ਇਹਦੇ ਤੇ ਤੁਹਾਡਾ ਕੀ ਜਿਹੜੇ ਹਾਲਾਤ ਵਰਤਮਾਨ ਸਮੇਂ ਬਣੇ ਹੋਏ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਸਿੱਖ ਕੌਮ ਦੇ ਵਰਤਮਾਨ ਸਮੇਂ ਜੋ ਦੁਖਾਂਤ ਦੇ ਦਿਨ ਚੱਲ ਰਹੇ ਨੇ, ਇਹ ਸਾਡੇ ਲਈ ਬਹੁਤ ਜ਼ਿਆਦਾ ਦੁਖਦਾਈ ਹੈ। ਇੱਥੇ ਫਾਸਲੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸੰਬੰਧੀ ਬੇਅਦਬੀ ਦੇ ਉਹਨਾਂ ਗੁਨਾਹਗਾਰਾਂ ਨੂੰ ਫੜਨ ਵਾਸਤੇ ਜਦੋਜਹਿਦ ਕਰ ਰਹੇ ਹਾਂ, ਜਾਂ ਨਿਰਦੋਸ਼ ਗ੍ਰਿਫਤਾਰੀਆਂ ਦੇ ਖਿਲਾਫ ਆਪਣਾ ਸੰਘਰਸ਼ ਕਰ ਰਹੇ ਹਾਂ। ਉਹ ਦੂਸਰੇ ਪਾਸੇ ਜਿਹੜੇ ਸਾਡੇ ਲਈ ਜਿਹੜਾ ਇੱਕ ਧਾਰਮਿਕ ਪੱਖ ਤੋਂ ਬਹੁਤ ਵੱਡਾ ਇੱਕ ਜਿਹੜਾ ਵਿਸ਼ਾ ਸਾਡੇ ਸਾਰਿਆਂ ਦੇ ਸਾਹਮਣੇ ਹੈ, ਉਹ ਹੈ ਪਿਛਲੇ ਦਿਨਾਂ ਅੰਦਰ 24 ਸਤੰਬਰ ਨੂੰ ਤਖਤਾਂ ਦੇ ਸੇਵਾਦਾਰਾਂ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਮਾਨ ਪੰਜਾਬ ਦੇ ਪਾਸੇ ਰੱਖ ਕੇ ਤੁਸੀਂ ਇੱਥੇ ਠੀਕ ਸੀ ਤੁਹਾਡੇ ਬੰਦੇ ਅੱਗੇ ਤੇ ਬਾਅਦ ਚ ਠੀਕ ਹੈ ਬਾਅਦ ਚੰਦਰਾਏ ਨਹੀਂ ਹਟਦੇ ਰਜਿੰਦਰ ਸਿੰਘ ਜੀ ਠੀਕ ਹੈ ਕੋਈ ਨਾ ਸੈੱਟ ਕਰ ਲਵਾਂਗੇ ਇੱਕ ਮਿੰਟ ਅਸਲ ਨਾ ਆਪਾਂ ਪਿੱਛੇ ਲਾਈ ਸੀਗਾ ਥੱਲੇ ਬਹਿ ਕੇ ਕਰ। ਕਦੀ ਖੜ ਜਾ ਕਰੋ ਬਹਿ ਜਾ ਸਾਡੇ ਲਈ ਬਹੁਤ ਦੁਖਦਾਈ ਐਂਡ ਦਾ ਸੀ ਭਾਈ ਟੁੱਟੇ जिस घटना के बाद सारा संसार पलट गया और ये पहला मौका होया कि ਜਦੋਂ ਮੈਂ ਕੋਈ ਗਲਤ ਫੈਸਲੇ ਨੂੰ ਕੋਈ ਨਹੀਂ ਭਾਈ ਹਰ ਸਿੱਖ ਜਥੇਬੰਦੀ ਨੇ ਦਾਰਾਂ ਨੂੰ ਕੁਰਸੀਆਂ ਦੀ ਲੋੜ ਨਹੀਂ ਦੇਸ਼ ਤੇ ਵਿਦੇਸ਼ ਵਿੱਚ ਵਸਦੇ ਸਿੱਖ ਨੇ ਬਹੁਤ ਭਾਵੁਕ ਢੰਗ ਦੇ ਨਾਲ ਨਾ ਕਿ ਰੱਦ ਕੀਤਾ, ਬਲਕਿ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਦੇ ਲਈ ਇਸ ਢੰਗ ਦੇ ਨਾਲ ਫੈਸਲੇ ਲੈਣੇ ਚਾਹੀਦੇ ਨੇ। ਇਹਦੇ ਵਾਸਤੇ ਜੋ ਪੰਥਕ ਰਵਾਇਤ ਹੈ ਦਾਰੋਂ ਨਾਲ ਮੇਰੇ ਵਿੱਚ ਭੁੱਲ ਜਾਂਦੇ ਭਾਈ ਸਾਹਿਬ ਇੱਕ ਮਿੰਟ ਖਲੋ ਜਾਓ ਵੀਡੀਓ ਚੱਲ ਰਿਹਾ ਸ਼੍ਰੀ ਅਕਾਲ ਤਖਤ ਤੇ ਬੈਠੇ ਪੰਜ ਪਿਆਰੇ ਸਹਿਬਾਨ ਜਿਹੜੇ ਉੱਥੇ ਅੰਮ੍ਰਿਤਸਰ ਦੀ ਸੇਵਾ ਧਰਮ ਪ੍ਰਚਾਰ ਦੀ ਸੇਵਾ ਨਿਭਾਉਂਦੇ ਸਨ, ਉਹਨਾਂ ਨੇ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਸੀ ਇਹ ਤਖਤਾਂ ਦੇ ਸੇਵਾਦਾਰਾਂ ਨੂੰ ਅਕਾਲ ਤਖਤ ਵਿਆਜ ਦੀ ਦੇਖ ਵਾਸਤੇ ਕੀਤਾ ਸੀ ਕਿ 10 ਵਜੇ ਹਾਜ਼ਰ ਹੋ ਕੇ ਕੌਮ ਦੇ ਸਾਹਮਣੇ ਸਪਸ਼ਟੀਕਰਨ ਦਿਓ
कि कौन तेरे को जवाब मंगती तो फैसला जे बाकी का किया कितना करना करके किया जे तुसी वापस लिया तो कहना करना करके लिया। अज जी हम जानकारी साढ़े को पहुंची है कि उन्होंने श्रोमणी कमेटी के वर्तन कमेटी को अपने वालों आदेश जारी किया है कि तख्तां के सेवादारां के पासों सीपे लैने चाहिए हैं, जे नहीं लैन देंगे तो इन्होंने वर्तन कर देना चाहिए। ਉਹਨਾਂ ਨੂੰ ਕਿਹਾ ਵੀ ਜਾਂ ਤੁਸੀਂ ਆਪ ਅੜ ਜਾਓ ਜਾਂ ਇਹਨਾਂ ਨੂੰ ਸੈੱਟ इस करके ਅਸੀਂ ਮੰਨਦੇ ਹਾਂ ਕਿ ਪਹਿਲੀ ਜਿਹੜਾ ਹੈ ਉਹਨਾਂ ਨੇ ਕੌਮ ਦੀਆਂ ਭਾਵਨਾਵਾਂ ਦੇ ਮੁਤਾਬਕ ਆਪਣੇ ਆਪ ਦਾ ਪ੍ਰਗਟਾਵਾ ਕੀਤਾ ਹੈ। ਉਹ ਸਾਡਾ ਸਿੱਖ ਜਨ ਤੋਂ ਚਾਹੁੰਦਾ ਹੀ ਨਹੀਂ ਕਿ ਸੱਜਣ ਜਿਹੜੇ ਨੇ ਤਖਤਾਂ ਦੇ ਬਹਿ ਕੇ ਸੇਵਾ ਕਰਨ। ਇਸ ਕਰਕੇ ਉਹਨਾਂ ਨੇ ਕੌਮ ਦੀਆਂ ਭਾਵਨਾਵਾਂ ਨੂੰ ਰੱਖ ਕੇ ਜਿਹੜੀ ਅੱਜ ਗੱਲ ਕੀਤੀ ਹੈ ਉਹ ਅਸੀਂ ਮੰਨਦੇ ਹਾਂ। ਮਤਲਬ ਸਿੱਖ ਸਿਧਾਂਤ ਤੇ ਟ੍ਰੈਡੀਸ਼ਨ ਦੀ ਰੌਸ਼ਨੀ ਇਹ ਗੱਲ ਠੀਕ ਹੈ ਕਿ ਜਿਹੜਾ ਅੱਜ ਦਾ ਹੋਇਆ ਅਸੀਂ ਠੀਕ ਮੰਨਦੇ ਹਾਂ ਜੀ। ਮਤਲਬ ਪਹਿਲਾਂ ਕੀਤਾ ਤਲਬ ਕਰਨਾ ਤਲਬ ਠੀਕ ਸੀ ਅਸੀਂ ਜਿਹੜਾ ਤਲਬ ਕਰਨ ਦੀ ਗੱਲ ਹੈ ਉਹ ਵੀ ਠੀਕ ਹੈ। ਉਹਨਾਂ ਨੇ ਆਪਣੇ ਵੱਲੋਂ ਨਹੀਂ ਕੀਤਾ, ਉਹਨੇ ਪੰਥ ਦੀਆਂ ਭਾਵਨਾ ਤਰਜਮਾਨੀ ਕਰਦੇ ਹੋਏ ਕੀਤਾ ਹੈ, ਅਧਿਕਾਰ ਹੈ। ਇਸ ਕਰਕੇ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਜੋ ਕੀਤੀ ਹੈ ਉਹ ਪੰਥ ਦੇ ਵੱਡੇ ਹਿੱਤ ਵਿੱਚ ਕੀਤੀ। ਗੱਲ ਗਿਆਨੀ ਗੁਰੂ ਸਿੰਘ ਨੇ ਕਿਹਾ ਸੀਗਾ ਕਿ ਪੰਜ ਪਿਆਰਿਆਂ ਨੂੰ ਜਿਹੜਾ ਦੇਣ ਦਾ ਕੋਈ ਕਾਰਨ ਨਹੀਂ ਹੈਗਾ। ਨਹੀਂ ਇਹ ਸੀ ਜਦੋਂ ਅਸੀਂ ਵਿਆਖਿਆ ਆਪਣੇ ਢੰਗ ਨਾਲ ਆਪਣੇ ਹੱਥ ਨੂੰ ਕਰਨੀ ਚਾਹਾਂਗੇ ਤਾਂ ਅਸੀਂ ਗਲਤ ਆਪਣੇ ਸਵਾਰਥ ਪਿੱਛੇ ਗਲਤ ਸਿਧਾਂਤ ਨੂੰ ਗਲਤ ਸਾਬਤ ਕਰਾਂਗੇ। ਵੈਸੇ ਸਿਧਾਂਤ ਇਹ ਹੈ ਸੰਗਤ ਵਿੱਚੋਂ ਵੀ ਤਿਆਰ ਬਰ ਤਿਆਰ ਪੰਥ ਸਿੰਘ ਕਿਸੇ ਨੂੰ ਇਕੱਠੇ ਹੋ ਕੇ ਪੰਥ ਦੀਆਂ ਭਾਵਨਾਵਾਂ ਦਾ ਜਵਾਬ ਮੰਗ ਸਕਦੇ ਨੇ। ਇਹ ਕੋਈ ਇਹਦੇ ਵਿੱਚ ਜੋਰਾਵਾਂ ਕੋਈ ਹੈਗੀ ਹੈ, ਇਹ ਪੰਥਕ ਸੋਚ ਦਾ ਇੱਕ ਪ੍ਰਗਟਾਵਾ ਉਹਨਾਂ ਨੇ ਕੀਤਾ ਹੈ, ਕੋਈ ਉਹਨਾਂ ਨੇ ਮਨਮਾਨੀ ਨਹੀਂ ਕੀਤੀ। ਸਿੰਘ ਸਾਹਿਬ ਇੱਕ ਗੱਲ ਹੋਰ ਦੱਸੋ, ਜਿਹੜਾ ਪੀਪਲ ਕਮਿਸ਼ਨ ਬਣਾਉਣ ਦੀ ਗੱਲ ਹੋਈ ਉਹ ਬਣ ਗਿਆ ਕਿ ਬਣਨਾ ਹੈ? ਐਸੀ ਗੱਲ ਪ੍ਰੈਸ ਕਰਨ ਦੀ ਕਿਹਾ ਸੀ ਕਿ ਅਸੀਂ 25 ਤੋਂ ਪਹਿਲਾਂ ਜਿਹੜਾ ਹੈ ਉਹ ਬਣਾਵਾਂਗੇ। ਅਸੀਂ ਕੱਲ੍ਹ ਚਾਹੀਦਾ ਪੇਸ਼ ਕੀਤਾ ਬਣਾ ਰਹੇ ਹਾਂ। ਉੱਥੇ ਕੱਲ੍ਹ ਵੀ ਸਾਡੇ ਸਵਾਲ ਆਇਆ ਸੀ ਅਸੀਂ 25 ਤੋਂ ਪਹਿਲਾਂ ਐਲਾਨ ਜਿਹੜਾ ਹੈ ਇਹ ਗੱਲ ਦੀ ਮੰਗ ਕਰਦੇ ਹੋ ਨਾ ਕਿ ਪਹਿਲੇ ਸਵਾਲ ਹੈਗਾ ਕਿ ਉਹਨਾਂ ਨੂੰ ਜਾਂ ਤਾਂ ਅਸਤੀਫਾ ਦੇਣਾ ਨਹੀਂ ਉਹਨੂੰ ਵਿਸ਼ਵਾਸ ਕੀਤਾ ਹਾਂ ਜਾਵੇ। ਬਿਲਕੁਲ ਠੀਕ ਹੈ। देखो जी सवाल सामने आया है, बेटा कमीशन का कल ऐलान कर देता है। वो 2 मेंबरी कमीशन होगा, एक हाईकोर्ट का जज होगा, एक सिविल पुलिस अफसर होगा। वो नाम की ड्यूटी करके आज का डिसाइड करके ਅਸੀਂ परसों को पहले ने उस मौके से ऐलान करें। ਅਸੀਂ ਸਰ ਦੂਜੀ ਗੱਲ ਇਹ ਹੈ ਕਿ ਇੱਕ ਪਾਸੇ ਹੈਲੋ ਇੱਕ ਪਾਸੇ ਪੰਥਕ ਘਟਨਾ ਨੇ ਜਿਹੜੀ ਸ਼ਾਮਲ ਉਹਨਾਂ ਨੇ ਕਿਹਾ ਕਿ 23 ਤਰੀਕ ਨੂੰ ਉੱਥੇ ਅਖੰਡ ਪਾਠ ਦਾ ਆਰੰਭ ਹੋਊਗਾ ਤੇ 25 ਨੂੰ ਸਮਾਪਤੀ ਹੋਊਗੀ ਜੀ। ਦੂਸਰੇ ਪਾਸੇ ਅਕਾਲੀ ਦਲ ਵੱਲੋਂ ਇੱਕ ਪੋਲੀਟੀਕਲ ਪਾਰਟੀ ਵੱਲੋਂ ਉਹਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਅਸੀਂ ਸਾਰੇ ਜਿਹਨਾਂ 23 ਤਰੀਕ ਨੂੰ ਪਾਠ ਆਰੰਭ ਕਰਦੇ ਹਾਂ ਤੇ 25 ਨੂੰ ਭੋਗ ਪਾਵਾਂਗੇ। ਕੀ ਇਹ ਟਕਰਾਅ ਦੀ ਸਥਿਤੀ ਵੱਲ ਨੂੰ ਨਹੀਂ ਜਾ ਰਿਹਾ? ਇਹ ਅਸੀਂ ਇਸ ਗੱਲ ਕੇ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਕੌਮ ਦੇ ਅੰਦਰ ਜਿਹੜਾ ਪੰਥਕ ਜਜ਼ਬਾ ਉੱਭਰਿਆ ਹੈ ਇਹਨਾਂ ਸਾਰਿਆਂ ਬਰਗਾੜੀ ਜਿਹੜਾ ਹੈ ਉਹਦੇ ਸ਼ਹੀਦਾਂ ਦੇ ਸਨਮਾਨ ਵਿੱਚ ਉੱਥੇ ਠਹਿਰੇ ਜਾਣਾ ਹੈ। ਜਿਹੜੀ ਸਾਡੀ ਜਿਹੜੀ ਰਾਸੀ ਸ਼ਾਖ ਨੂੰ ਧੱਕਾ ਲੱਗੇਗਾ। ਉਹਨਾਂ ਨੇ ਆਪਣੇ ਬੰਦਿਆਂ ਦੀ ਆਪਣੀ ਸ਼ਾਖ ਬਚਾਉਣ ਦੇ ਲਈ ਜਿਹੜਾ ਹੈ ਇਹਦਾ ਪ੍ਰੋਗਰਾਮ ਜਿਹੜਾ ਹੈ 23 ਨੂੰ ਪਾਠ ਆ ਕੇ 25 ਨੂੰ ਭੋਗਣ ਦੀ ਗੱਲ ਕੀਤੀ ਹੈ। ਇਹ ਰਾਸੀ ਮਕਸਦ ਨੂੰ ਅੱਗੇ ਰੱਖ ਕੇ ਕੀਤਾ ਗਿਆ ਹੈ ਤਾਂ ਕਿ ਕੌਮ ਦੇ ਅੰਦਰ ਜਿਹੜਾ ਕੌਮੀ ਪੰਥਕ ਜਜ਼ਬੇ ਦਾ ਉਭਾਰ ਹੈ ਜਿਸ ਨੂੰ ਰੋਕਿਆ ਜਾ ਸਕੇ। ਨਹੀਂ ਇਹ ਵੀ ਸਮਝਦੇ ਵੀ ਇਹ ਸਿੱਖੀ ਪਰੰਪਰਾਵਾਂ ਕਹਿ ਲਈਏ ਜਾਂ ਸਿੱਖੀ ਜਿਹੜੀ ਸਿਧਾਂਤਾਂ Sentiment ਹੈ। ਉਹਦੀ ਸੈਂਟੀਮੈਂਟ ਦੀ ਉਲੰਘਣਾ ਨਹੀਂ ਹੈਗੀ। ਅਸੀਂ ਮੰਨਦੇ ਹਾਂ ਕਿ ਬਿਲਕੁਲ ਨਹੀਂ ਚਾਹੀਦਾ। ਦੇਖੋ ਇਸ ਤੇ ਇੱਕ ਪਾਸੇ ਇਹ ਤਾਂ ਸਾਡਾ ਉੱਥੇ ਧਾਰਮਿਕ ਪੱਖ ਤੋਂ ਸਮਾਜਿਕ ਪੱਖ ਤੋਂ ਅਸੀਂ ਉੱਥੇ ਪੰਥਕ ਤੌਰ ਤੇ ਇਕੱਠੇ ਹੋ ਰਹੇ ਹਾਂ। ਇਸ ਮੌਕੇ ਕਿਸੇ ਜਥੇਬੰਦੀ ਨੂੰ ਵੀ ਕਾਰਜਕ੍ਰਮ ਦਾ ਪ੍ਰੋਗਰਾਮ ਦੇ ਕੇ ਸਿੱਖ ਸ਼ਹੀਦਾਂ ਦੀ ਜਿਹੜੀ ਭਾਵਨਾ ਨੇ ਜਾਂ ਕੋਲ ਜੁੜੇ ਹੋਏ ਸਿੱਖਾਂ ਦੇ ਸਾਡੇ ਅੰਦਰ ਦੀ ਸੁੱਧ ਸੀ ਉਹ ਇਤਨਾ ਨਹੀਂ ਮੇਰਾ ਇਸ ਕੁਐਸਚਨ ਬਹੁਤ ਬੜਾ ਬਿਲਕੁਲ ਠੀਕ ਹੈ ਜੀ, ਅਸੀਂ ਮੰਨਦੇ ਹਾਂ ਇਹ ਤਾਂ ਨਹੀਂ ਸੀ ਕਰਨਾ ਚਾਹੀਦਾ। ਸਿੱਧਾ ਕੁਐਸਚਨ ਮੈਂ ਕਰਦਾ ਕਿ ਤੁਸੀਂ ਉਹਨਾਂ ਨੂੰ ਸ਼ਹੀਦ ਕਹਿ ਰਹੇ ਹੋ, ਉਹ ਕਹਿੰਦੇ ਉਹ ਸ਼ਰਾਰਤੀ ਅਨਸਰ ਸੀ ਮਾਰੇ ਗਏ ਪੁਲਿਸ ਗੋਲੀ ਨਾਲ। ਗੱਲ ਇਹ ਕਿ ਇਹ ਇੱਕ ਮਿੰਟ ਨੰਬਰ 1 ਨੰਬਰ 2 ਉਹ ਕਹਿ ਰਹੇ ਕਿ ਜਿਹੜੇ ਇਹ ਬੰਦੇ ਫੜੇ ਗਏ ਇਹ ਸ਼ਰਾਰਤੀ ਅਨਸਰ ਸੀ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿੜਨ ਬੇਅਦਬੀ ਕੀਤੀ ਹੈ। ਉਹਨਾਂ ਦੇ ਕਹਿਣ ਦਾ ਤੁਸੀਂ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਕਿ ਨਹੀਂ ਉਹ ਸੱਚੇ ਸਿੱਖ ਹੈ। ਹੁਣ ਇਸ ਚ ਕੀ ਤੁਹਾਨੂੰ ਲੱਗਦਾ ਨਹੀਂ ਕਿ ਦੋ ਧਿਰਾਂ ਐਨ ਸਾਹਮਣੇ ਆ ਗਈਆਂ ਇੱਕ ਦੂਜੇ ਦੇ? ਲੋਕ ਅਸੀਂ ਮੰਨ ਕੇ ਚੱਲਦੇ ਹਾਂ ਸਰਕਾਰ ਆਪਣੇ ਆਪ ਨੂੰ ਕਦੇ ਵੀ ਗੁਨਾਹਗਾਰ ਸਾਬਤ ਨਹੀਂ ਹੋਣ ਦੇਣਾ ਚਾਹੁੰਦੀ ਹੁੰਦੀ। ਉਹ ਹਮੇਸ਼ਾ ਦੂਜਿਆਂ ਨੂੰ ਗੁਨਾਹਗਾਰ ਮੰਨ ਕੇ ਚੱਲਦੀ ਹੈ। ਏਜੰਸੀਆਂ ਜਿਹੜੀ ਹੁੰਦੀਆਂ ਇਸ ਕਰਕੇ ਨਾ ਉਹ ਸ਼ਰਾਰਤੀ ਅਨਸਰ ਸਨ, ਸ਼ਾਂਤਮਈ ਧਰਨਾ ਦੇਣ ਵਾਲੇ ਨੌਜਵਾਨ ਸਨ ਜਿਨ੍ਹਾਂ ਤੇ ਮਿੱਥ ਕੇ ਗੋਲੀ ਚਲਾਈ ਗਈ। ਇਹਦੇ ਚ ਮੈਂ ਇਸੇ ਕਰਕੇ ਤਾਂ ਇੱਕ ਮਿੰਟ ਜਿਹੜੇ ਪੁਲਿਸ ਦੇ ਪਰਚੇ ਦਰਜ ਕੀਤੇ ਗਏ ਨੇ ਇਸੇ ਕਰਕੇ ਕੀਤੇ ਗਏ ਸਨ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ। 302 ਦੇ ਪਰਚੇ ਦਰਜ ਕੀਤੇ ਗਏ, ਸ਼ਰਾਰਤੀ ਅਨਸਰ ਨਹੀਂ ਸਨ। ਇਸ ਕਾਰਨ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ
ਧਰਨਿਆਂ 'ਚ ਸਾਡੇ ਕੋਲ ਇੱਕ ਵੀ ਬੰਦਾ ਕਪੂਰਥਲੇ ਕੋਟਕਪੂਰੇ ਦੇ ਅੰਦਰ ਜਾਂ ਕਿਸੇ ਹੋਰ ਥਾਂ ਤੇ ਉਹਨਾਂ ਨੇ ਕੋਈ ਗਲਤ ਨਾਅਰਾ ਨਹੀਂ ਸੁਣਾਇਆ, ਕਿਸੇ ਨੂੰ ਕੋਈ ਗਲਤ ਸ਼ਬਦ ਨਹੀਂ ਸੀ ਕਿਹਾ। ਇਹ ਜਿਹੜੀਆਂ ਗੱਲਾਂ ਕਰਨੀਆਂ ਜਿਹੜੀਆਂ ਨੇ ਇਹ ਬਿਲਕੁਲ ਕੌਮੀ ਭਾਵਨਾ ਨੂੰ ਤੁਸੀਂ ਨੁਕਸਾਨ ਵੀ ਸੋਚਦੇ ਕਿ ਅਕਾਲੀ ਦਲ ਵੱਲੋਂ ਸਿੱਖ ਪੰਥ ਦੀਆਂ ਭਾਵਨਾ ਦਾ ਲਗਾਤਾਰ ਟਕਰਾਅ ਹੈ ਬੰਗਾਲ ਤੋਂ ਜ਼ਮੀਨ ਤੇ ਜਦੋਂ ਵੀ ਕੋਈ ਸਿੱਖ ਸੈਂਟੀਮੈਂਟ ਵਾਲਾ ਇਸ਼ੂ ਆਉਂਦਾ ਭਾਵੇਂ ਧਰਮਾਂ ਜਾਂ ਉਦੋਂ ਪਹਿਲਾਂ ਕੀਤੇ ਜਾਂ ਉਦੋਂ ਬਾਅਦ ਹੁੰਦੇ ਹੋ ਰਿਹਾ ਜਾਂ ਐਵਰੀਡੇ ਯਾਰ ਕੋਈ ਬੰਦੇ ਨੇ ਕੁਛ ਨਹੀਂ ਅਕਾਲੀ ਦਲ ਜੋ ਤੁਸੀਂ ਭਾਵਨਾ ਪਰ ਕਰ ਰਹੇ ਹੋ ਉਹਦੇ ਅਗੇਂਸਟ ਆ ਰਿਹਾ ਹੈ। ਇਹ ਕਾਪੀ ਪੇਸਟ ਕਰ ਅਸੀਂ ਇਸ ਗੱਲ ਕੇ ਮੰਨਦੇ ਹਾਂ ਕਿ ਜਿਹੜੇ ਨੂੰ ਆਪਾਂ ਅਕਾਲੀ ਦਲ ਕਹਿੰਦੇ ਆ, ਇਹਨੇ ਦੀ ਸੋਚ ਵਿੱਚੋਂ ਪੰਥ ਗਵਾ ਚੁੱਕਾ ਹੈ। ਇਹਨਾਂ ਦੀ ਸੋਚ ਵਿੱਚ ਕੇਵਲ ਕੁਰਸੀ ਤਰਾਸੀ ਸਦਾ ਪ੍ਰਾਪਤੀ ਦੀ ਮਨਸ਼ਾ ਭਾਰੂ ਹੋਣ ਕਰਕੇ ਇਹ ਪੰਥਕ ਮਾਨਤਾਵਾਂ ਸਿੱਖ ਕੌਮ ਦੇ ਜਜ਼ਬਾਤਾਂ ਤੇ ਸਿਧਾਂਤਾਂ ਨੂੰ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਕੇਵਲ ਆਪਣੇ ਰਾਸ਼ਟਰੀ ਹਿੱਤ ਲੈ ਕੇ ਇਸ ਤਰ੍ਹਾਂ ਦੀ ਗਲਤ ਫੈਸਲੇ ਕਰ ਜਿਹੜਾ ਜਿੱਦਾਂ 1984 ਜਦੋਂ ਪੁਰਸਕਾਰ ਹੋਇਆ ਜਿੱਤੇ ਵਾਲਾ ਮਾਸਿਕ ਹੋਇਆ ਤੇ ਕਾਂਗਰਸ ਨੂੰ ਸਿੱਖਾਂ ਦੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ ਵੱਲੋਂ ਸਿੱਖ ਵਿਰੋਧੀ ਦਾ ਫਤਵਾ ਕਰਾਰ ਦੇ ਦਿੱਤਾ ਗਿਆ। ਹੁਣ ਲੱਗਦਾ ਵੀ ਅਕਾਲੀ ਦਲ ਵੀ ਇਸ ਵੇਲੇ ਉਸੇ ਮਰਾਹਲੇ ਤੇ ਆ ਵੀ ਇਹ ਵੀ ਸਿੱਖ ਵਿਰੋਧੀ ਹੋ ਗਿਆ। ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਜੋ ਕੁਝ ਪਿਛਲੇ ਦਿਨਾਂ 'ਚ ਹੋ ਰਿਹਾ ਲਗਾਤਾਰ ਹੋ ਰਿਹਾ ਹੈ, ਖਾਲਸਾ ਪੰਥ ਦਾ ਪੂਰਾ ਜਿਹੜਾ ਨਿਸ਼ਾਨਾ ਹੈ ਉਹ ਵਰਤਮਾਨ ਸਮੇਂ ਦੀ ਸਰਕਾਰ ਹੈ ਜਿਹੜੀ ਅਕਾਲੀ ਦਲ ਦੀ ਸਰਕਾਰ ਹੋ ਆ ਰਹੀ ਹੈ ਕਿ ਉਹ ਮੰਨ ਕੇ ਚੱਲ ਰਹੇ ਨੇ ਕਿ ਇਹਨਾਂ ਨੇ ਆਪਣੀਆਂ ਪਰੰਪਰਾਵਾਂ ਜਿਹੜੀਆਂ ਨੇ ਆਪ ਖੁਦ ਕਤਲ ਕਰਕੇ ਉਸੇ ਥਾਂ ਤੇ ਪਹੁੰਚ ਗਏ ਜਿੱਥੇ ਸੈਂਟਰ ਸਰਕਾਰ ਨੂੰ ਖੜੀ ਹੋ ਕੇ ਦੇਖਣ ਦੀ ਕੋਸ਼ਿਸ਼ ਕਰਦੇ ਸੀ। ਇਹ ਤੁਸੀਂ ਕਹੋਗੇ ਨੂੰ ਕਿ ਇਸ ਵੇਲੇ ਸਿੱਖ ਸੈਂਟੀਮੈਂਟਸ ਨੂੰ ਗੁੰਮਰਾਹ ਕਰਨ ਤੇ ਦਬਾਉਣ ਤੱਕ ਉਹਦੇ ਹੀ ਜਿਹਦੇ ਜੋ ਕਾਂਗਰਸ ਕਰ ਰਹੀ ਹੈ ਕੀਤਾ ਤੇ ਮੈਂ ਕਹਿ ਰਿਹਾ ਕਿਉਂਕਿ ਸਾਡੇ ਅਸੀਂ ਤਾਂ ਉਹੀ ਗੱਲ ਕਰ ਰਹੇ ਹਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਦਖਲ ਦੇਣਾ, ਧਾਰਮਿਕ ਮਾਨ ਮਰਜ਼ਾਦਾ ਨੂੰ ਪ੍ਰਭਾਵਿਤ ਕਰਨਾ, ਤਖਤਾਂ ਦੇ ਜਥੇਦਾਰਾਂ ਦੀ ਵਰਤੋਂ ਕਰਨੀ, ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦਾ ਰਾਸ਼ਟਰੀਕਰਨ ਕਰ ਦੇਣਾ, ਇਹ ਉਸੇ ਤਰ੍ਹਾਂ ਦਾ ਦਖਲ ਹੈ ਜੇ ਸਰਕਾਰ ਕਾਂਗਰਸ ਨੂੰ ਮੰਨਦੇ ਸਨ ਸਾਡੇ ਕਮੇ ਦਖਲ ਦਿੰਦੇ ਨੇ, ਇਹਨਾਂ ਵੀ ਦਖਲ ਦੇ ਕੇ ਸਿੱਖ ਸਾਡੀ ਮਿੰਨੀ ਪਾਰਲੀਮੈਂਟ ਹੈ ਉਹਦਾ ਵਜੂਦ ਉਹਦੀ ਹੋਂਦ ਲਈ ਖਤਰਾ ਪੈਦਾ ਕਰਦੇ। ਸਿੰਘ ਸਾਹਿਬ ਇੱਕ ਗੱਲ ਹੋਰ, ਜਿਹੜੇ ਚਿੰਤਕ ਵਿਦਵਾਨ ਹੈ ਜਿੰਨੇ ਵੀ ਕੋਟਪੂਰੇ ਤੁਸੀਂ ਸਾਰੇ ਜਿਹੜੇ ਬੈਠੇ ਆ, ਤੁਹਾਡੀ ਗੱਲ ਜ਼ਿਲ੍ਹੇਵਾਰ ਪਹੁੰਚੀ, ਇਹਦੇ ਵਾਸਤੇ ਕੋਈ ਇਕਾਈ ਗਠਨ ਇਦਾਂ ਦਾ ਕੋਈ ਦੇਖੋ ਅਸੀਂ ਕਿਉਂਕਿ ਜਿਹੜਾ ਸੰਘਰਸ਼ ਸੀ ਇਹ ਅਚਨਚੇਤ ਘਟਨਾ ਘਟੀ ਉਸੇ ਵੇਲੇ ਸ਼ੁਰੂ ਹੋ ਗਿਆ ਕਿਉਂਕਿ ਇਹਦੇ ਬਾਰੇ ਪਹਿਲਾਂ ਕੋਈ ਵਿਚਾਰ ਨਹੀਂ। ਹੁਣ ਅਸੀਂ ਕੋਈ ਵੀ ਗੱਲ ਕਰਦੇ ਹਾਂ, ਵਿਚਾਰ ਰਹੇ ਹਾਂ, ਬੈਠ ਰਹੇ ਹਾਂ, ਜਿਵੇਂ ਕੱਲ੍ਹ ਵੀ ਅਸੀਂ ਬੈਠੇ ਸੀ, ਇਕੱਤਰਤਾ ਕੀਤੀ ਹੈ, ਮਿਲ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਤਰ੍ਹਾਂ ਅੱਜ ਵੀ ਉੱਥੇ ਕੁਝ ਵੀਰ ਮਿਲ ਕੇ ਬੈਠ ਕੇ ਆਪਣੀ ਗੱਲ ਕਰ ਰਹੇ ਨੇ। 2025 ਨੂੰ ਜਾਂ 25 ਤੋਂ ਬਾਅਦ ਫਿਰ ਇਸ ਮਿਲ ਬੈਠ ਕੇ ਲੰਬੇ ਸਮੇਂ ਦੀ ਕੋਈ ਯੋਜਨਾਬੰਦੀ ਵਾਸਤੇ ਜਿਹੜਾ ਹੈ ਨਾ ਇਹਨੂੰ ਅੱਗੇ ਤੋਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਜਾਰੀ ਹੈ। ਸਿੰਘ ਸਾਹਿਬ ਕੱਲ੍ਹ ਇੱਕ ਹੋਰ ਸ਼ਬਦ ਦੀ ਅਖਬਾਰ ਕੁਝ ਕਿਹਾ ਗਿਆ ਸੀਗਾ ਕਿ ਜਿਹੜਾ ਰੁਪਿੰਦਰ ਸਿੰਘ ਉਹਨਾਂ ਨੂੰ ਫੜਿਆ ਨਾ, ਇਹ ਸਾਰੇ ਕਾਂਡ ਦਾ ਖੁਲਾਸਾ ਵੱਖ-ਵੱਖ ਹੋਏ ਫੋਨ ਟੈਪਿੰਗ ਹੈ ਤੇ ਹੋਰ ਸਬੂਤ ਜਿਹੜੇ ਉਹ ਤੁਹਾਡੇ ਜਿਹੜੇ ਸਾਥੀ ਖਾਸ ਤੌਰ ਤੇ ਪੰਜਪ੍ਰੀਤ ਸਿੰਘ ਤੇ ਦੂਸਰੇ ਰਣਜੀਤ ਸਿੰਘ ਢੱਡਰੀਆਂ ਤੇ ਗੁਰਵੰਤ ਸਿੰਘ ਨੰਦਗੜ੍ਹ ਤਿੰਨ ਜਣਿਆਂ ਦੇ ਨੌ ਸਪੈਸੀਫਿਕ ਤੇ ਚੌਥਾ ਨਾਂ ਸੀਗਾ ਅਕਾਲੀ ਦਲ ਜਿਹੜਾ ਐਮਐਲਏ ਉਸੋਏ ਦਾ ਤੇ ਨਾਲ ਕਿਹਾ ਸੀ ਕੁਝ ਪੰਚਾਇਤਾਂ, ਚਲੋ ਪੰਚਾਇਤਾਂ ਨੇ ਤਾਂ ਰਿਕਰੂਟ ਕਰਤਾ ਕਿ ਕਰਨਾ ਕੀਤੀ ਗੱਲ ਹੋਈ ਇਹ ਤੁਸੀਂ ਪੰਚਪ੍ਰੀਤ ਨੂੰ ਪਛਾਣਾ ਜਾਂ ਢੱਡੀਆਂ ਵਾਲੀ ਸੰਸਥਾ ਨੂੰ ਜਾਂ ਦੂਜਿਆਂ ਨੂੰ ਉਹਨਾਂ ਗੱਲ ਹੋਈ ਸੀ ਪਹਿਲਾਂ ਇਸ ਵਾਰ ਕੱਲ੍ਹ ਵੀ ਉੱਥੇ ਆਇਆ ਸੀ ਜੀ ਭਾਈ ਸਾਹਿਬ ਨੇ ਕਿਹਾ ਸੀ ਉਸੇ ਵੇਲੇ ਕਿਹਾ ਸੀ ਇਹ ਤੁਹਾਡੀ ਬਣਾਈ ਕੈਸਟ ਹੈ ਅਸੀਂ ਜਦੋਂ ਉਹਨਾਂ ਨੇ ਸੰਪਰਕ ਕੀਤਾ ਸੀਗਾ ਹੱਲ ਕੀਤਾ ਸੰਪਰਕ ਕੀਤਾ ਸੀ ਤਾਂ ਉਹਨੇ ਰਿਜੈਕਟ ਕੀਤਾ ਸੀ। ਰਿਜੈਕਟ ਕੀਤਾ ਉਸ ਮੌਕੇ ਕੀਤਾ ਪਰ ਕੱਲ੍ਹ ਪ੍ਰੈਸ 'ਚ ਉਹਨੇ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਉਸੇ ਵੇਲੇ ਦੇ ਬਾਰੇ ਕਿਹਾ ਸੀ ਕਿ ਅਸੀਂ ਹੁਣ ਜਿਹੜਾ ਤੁਸੀਂ ਬਾਕੀ ਸੰਘਰਸ਼ ਲੜ ਰਹੇ ਹੋ ਸਰਕਾਰ ਦੇ ਖਿਲਾਫ, ਉਹਦੇ 'ਚ ਜਿਹੜੇ ਇਹ ਦੋਵੇਂ ਨੌਜਵਾਨ ਆ ਇਹਨਾਂ ਦੀ ਲੜਾਈ ਵੀ ਤੁਸੀਂ ਲੜੋਗੇ ਹੁਣ? ਕੱਲ੍ਹ ਮੇਰੇ ਨਾਲ ਸਰਦਾਰ ਰਵਿੰਦਰ ਸਿੰਘ ਫੂਲਕਾ ਜੀ ਸੁਪਰੀਮ ਕੋਰਟ ਦੇ ਜਿਹੜੇ ਸਾਡੇ ਸੀਨੀਅਰ ਐਡਵੋਕੇਟ ਮੇਰੇ ਨਾਲ ਹੀ ਗਏ ਸੀ, ਅਸੀਂ ਇਕੱਠੇ ਗਏ ਉੱਥੇ ਔਰ ਬਕਾਇਦਾ ਤੌਰ ਤੇ ਤੁਸੀਂ ਪ੍ਰੈਸ ਪੜ੍ਹ ਰਹੇ ਹੋ ਕਿ ਅਸੀਂ ਸਾਰੇ ਭਾਵੇਂ ਜ਼ਖਮੀ ਨੇ ਭਾਵੇਂ ਇਸ ਤਰ੍ਹਾਂ ਦੇ ਸੱਜਣ ਨੇ, ਅਸੀਂ ਆਪਣਾ ਲੀਗਲ ਜਿਹੜੇ ਵਕੀਲ ਸਹਿਯੋਗ ਲੈ ਕੇ ਉਹਨਾਂ ਦੀ ਪੈਰਵੀ ਕਰਨ ਵਾਸਤੇ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਚੱਲਦੇ ਹਾਂ। ਜਿਹੜੇ ਇਹ ਦੋ ਇਨਸੀਡੈਂਟ ਹੋਏ ਕੱਲ ਪਰਸੋਂ ਬੀਬੀ ਅੰਡਰਜੀਤ ਕੌਰ ਦਾ ਘਿਰਾਓ ਤੇ ਅੱਜ ਕਪੂਰਥਲੇ ਇਹਨਾਂ ਨੂੰ ਇੱਕ ਮਿੰਟ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਇਕਬਾਲ ਸਿੰਘ ਜੀ ਜਿਹੜੇ ਤੁਸੀਂ ਸਵਾਲ ਪੁੱਛ ਕਰ ਰਹੇ ਹੋ ਉਹਦਾ ਜਵਾਬ ਉਹ ਵੀ ਦਿਓ। ਬਿਲਕੁਲ ਇਕਬਾਲ ਸਿੰਘ ਜੀ, ਜਿਹੜਾ ਇਹ ਇਨਸੀਡੈਂਟ ਆ ਵੀ ਜਗ੍ਹਾ ਜਗ੍ਹਾ ਐਸਜੀਪੀਸੀ ਮੈਂਬਰਾਂ ਦੀ ਸਾਡੀ ਹੋ ਰਹੀ ਹੈ ਬਿਲਕੁਲ ਯਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੇਵਕ ਸੁਸਾਇਟੀ ਵੱਲੋਂ ਜੋ ਪਿਛਲੇ ਦਿਨਾਂ ਦਾ ਘਟਨਾਕ੍ਰਮ ਤਕਰੀਬਨ 24 ਸਤੰਬਰ ਤੋਂ ਸ਼ੁਰੂ ਹੋਇਆ, ਉਹਦੇ ਬਾਰੇ ਮੇਰੀ ਡਿਊਟੀ ਲੱਗੀ ਸੀ ਪੜਤਾਲ ਕਰਨ ਦੀ। ਪਹਿਲੀ ਗੱਲ ਤਾਂ ਹਾਲੇ ਅਸੀਂ ਪ੍ਰਾਮਾ ਫੇਸ਼ਾਈ ਐਵੀਡੈਂਸ ਇਕੱਠੀ ਕਰ ਰਹੇ ਹਾਂ।
ਕਿਸੇ ਨਤੀਜੇ ਤੋਂ ਪੁੱਜਣ ਤੋਂ ਕਿਸ ਪਹਿਲਾਂ ਕਰਨਾ ਜਾਂ ਦੀ ਕਿਸ ਕਰਨਾ ਦੀ ਜਾਣ ਜੀ ਜਿਹੜੇ ਪੁਲਿਸ ਫਾਇਰਿੰਗ ਹੋਈ ਜਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਤੋਂ ਪਰ ਦੋਵਾਂ ਚੀਜ਼ਾਂ ਨਹੀਂ। ਸਾਰੇ ਹਾਲਾਤ ਜਿਹੜੇ ਆ ਤੇ ਉਹ ਮੁੰਡਿਆਂ ਦੀ ਅਰੈਸਟ ਦੀ ਵੀ ਸਾਰੇ ਇਨਕਲੂਡਿੰਗ ਐਵਰੀਥਿੰਗ। ਭਾਈ ਕੈਮਰਾ ਸੋ ਉਹਦੇ 'ਚ ਸਭ ਤੋਂ ਪਹਿਲੀ ਗੱਲ ਤਾਂ ਇਹ ਯਾਰ ਸੀ ਇਹ ਜੋ ਤੋਂ ਵੱਧ ਨਹੀਂ ਹੋ ਅਸੀਂ ਸਕਦੀ ਮੈਂ ਵੇਖੀ ਜਾਂ ਮੇਰੇ ਸਾਥੀਆਂ ਨੇ ਕਿ ਇੱਕ ਗੱਲ ਬੜੇ ਵੱਡੇ ਲੈਵਲ ਤੋਂ ਕਹੀ। ਇੱਕ ਮਿੰਟ ਸਾਹਿਬ ਇਹ ਜੀ ਕਿੰਨੇ ਮੈਂਬਰਾਂ ਦੀ ਟੀਮ ਤੇ ਅਸੀਂ ਇਸ ਵੇਲੇ ਤਾਂ 3 ਮੈਂਬਰ ਹੀ ਹੈਗੇ ਆ ਜੀ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਜਿਹੜੇ ਵਕੀਲ ਸਾਹਿਬਾਨ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਜਾਂ ਪੁਲਿਸ ਅਫਸਰ ਜਿਹੜੇ ਪੰਥ ਦਰਦੀ ਨੇ ਉਹ ਵੀ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਇਹਨੂੰ ਇੱਕ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਪੂਰੀ ਰਿਪੋਰਟ ਲਿਆ ਸਕੀਏ। ਲੇਕਿਨ ਬੇਨਤੀ ਇਹ ਸੀ ਕਿ ਜਿਹੜਾ ਇਹ ਗੱਲ ਆਖੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦਾ ਕਿਸੇ ਸੀਨੀਅਰ ਅਧਿਕਾਰੀ ਨੂੰ ਚੰਡੀਗੜ੍ਹ ਬੈਠਿਆ ਪਤਾ ਨਹੀਂ ਲੱਗਾ, ਇਹ ਬਿਲਕੁਲ ਨਿਯਮਾਂ ਦੇ ਔਰ ਕਾਨੂੰਨ ਦੇ ਆ ਬਿਲਕੁਲ ਗਲਤ ਗੱਲ ਹੈਗੀ ਹੈ। ਕਿਉਂਕਿ ਜਦੋਂ ਵੀ FIR ਦਰਜ ਹੁੰਦੀ ਹੈ ਇਮੀਡੀਏਟਲੀ ਪੁਲਿਸ ਕੰਟਰੋਲ ਰੂਮ ਨੂੰ ਚੰਡੀਗੜ੍ਹ ਦੱਸਿਆ ਜਾਂਦਾ ਹੈ ਔਰ DGP ਸਾਹਿਬ ਜੋ ਵੀ ਉਹਨਾਂ ਦੇ ਸਾਰੇ ਕਲਾਸ 1 ਅਫਸਰਸ ਹੈਗੇ ਆ, ਬਲਕਿ ਡਿਸਟ੍ਰਿਕਟ ਨੂੰ ਵੀ ਆਉਂਦੀ ਆ ਮੁੜ ਕੇ ਕਿ ਫਲਾਣੀ ਜਗ੍ਹਾ ਆ ਮੁਕੱਦਮਾ ਦਰਜ ਹੋ ਗਿਆ। ਫਿਰ ਜੇਕਰ ਮੁਕੱਦਮਾ ਉਹਨਾਂ ਦੇ ਕੰਟਰੋਲ ਰੂਮ 'ਚ ਪਹੁੰਚ ਗਈ ਔਰ DG ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਤੇ ਫਿਰ ਉਹਦੇ ਬਾਰੇ ਝੂਠ ਬੋਲਣਾ, ਮੈਂ ਸਮਝਦਾ ਇਹਦੇ ਪਿੱਛੇ ਕੋਈ ਨਾ ਕੋਈ ਮੰਤਵ ਹੋ ਸਕਦਾ ਹੈ ਕਿ ਜਿਹੜੀ ਸੱਚਾਈ ਨੂੰ ਕਿਉਂ ਲੁਕਾਇਆ ਜਾ ਰਿਹਾ। ਦੂਜੀ ਗੱਲ ਜਿਹੜੀ ਕੀਤੀ ਆ ਆਪਣੀ ਚੱਲ ਰਹੀ ਸੀ ਉਹ ਇਹ ਸੀ ਫਾਇਰਿੰਗ ਹੋਈ। ਫਾਇਰਿੰਗ ਹੋਣ ਤੋਂ ਬਾਅਦ ਤੁਸੀਂ ਪਰਚਾ ਦਰਜ ਕਰ ਦਿੱਤਾ ਸ਼ਰਾਰਤੀ ਅਨਸਰ, ਜਿਹੜਾ ਜਿਵੇਂ ਤੁਸੀਂ ਆਪ ਕਹਿ ਰਹੇ ਹੋ ਪੁਲਿਸ ਨੇ ਸ਼ਰਾਰਤੀ ਅਨਸਰ, ਲੇਕਿਨ ਹੁਣੇ ਹੀ ਤੁਸੀਂ ਉਹ ਮੁਕੱਦਮਾ ਖਾਰਜ ਕਰ ਦਿੱਤਾ। ਆਪ ਵੀ ਕਹਿੰਦਾ ਸਾਡਾ ਮੁਕੱਦਮਾ ਗਲਤ ਹੈ। ਜਿਹੜਾ ਤੁਹਾਨੂੰ ਪਹਿਲਾਂ ਵੀ ਜਦੋਂ ਗੋਲੀ ਤੁਸੀਂ ਚਲਾਈ ਹੈ ਕਿਹੜੇ ਬੰਦੇ ਨੇ ਚਲਾਈ ਹੈ ਸੈਲਫ ਡਿਫੈਂਸ ਦੇ ਵਿੱਚ, ਤੇ ਹੁਣ ਉਹ ਬੰਦੇ ਸ਼ਰਾਰਤੀ ਕਿਵੇਂ ਹੋ ਗਏ? ਜਿਹੜੇ ਤੁਸੀਂ ਜਿਸ ਅਫਸਰਾਂ ਨੇ ਗੋਲੀ ਚਲਾਈ ਹੈ ਤੁਹਾਡੇ ਕੋਲ ਵੈਪਨ ਅਸਲਾ ਜਿਹੜਾ ਇਸ਼ੂ ਹੁੰਦਾ ਹੈ ਹਰ ਗੋਲੀ ਦਾ ਤੁਸੀਂ ਰਿਕਾਰਡ ਕਰਦੇ ਹੋ ਔਰ ਉਸ ਮੁਕੱਦਮੇ ਦੀ ਤਫਤੀਸ਼ ਕਰਦੇ ਹੋਏ ਵੀ ਤੁਸੀਂ ਦੱਸਿਆ ਹੋਣਾ ਵੀ ਗੋਲੀ ਸੈਲਫ ਡਿਫੈਂਸ ਵਿੱਚ ਕਿਹਨੇ ਚਲਾਈ ਤੇ ਉਹਨਾਂ ਦਾ ਨਾਂ ਕਿਉਂ ਨਹੀਂ ਆਇਆ, ਗ੍ਰਿਫਤਾਰੀ ਕਿਉਂ ਨਹੀਂ ਹੋਈ। ਸੋ ਇਹ ਸਾਰਾ ਮਾਮਲਾ ਜਿਹੜਾ ਹੈ ਇੱਕ ਕਿਸਮ ਦਾ ਸ਼ੱਕ ਪੈਦਾ ਕਰਦਾ ਹੈ। ਪੁਲਿਸ ਦਾ ਜਿਹੜਾ ਮੈਂ ਜੋ ਸਮਝਦਾ ਕੰਮ ਕਰਨ ਦਾ ਢੰਗ ਉਹੀ ਆ ਜਿਹੜਾ ਇਹਨਾਂ ਨੇ ਅੱਤਵਾਦ ਨੂੰ ਨੱਥ ਪਾਉਣ ਦੇ ਨਾਂ ਤੇ ਝੂਠੇ ਕੇਸ ਬਣਾ ਕੇ ਔਰ ਝੂਠੇ ਮੁਕੱਦਮੇ ਦਰਜ ਕਰਕੇ ਔਰ ਉਹ ਸਾਰਾ ਕੁਝ ਜਿਹੜਾ ਆ ਪੰਜਾਬ ਦੇ ਵਿੱਚ ਇਨਸਾਫ ਦੀ ਜਿਹੜੀ ਹੈ ਲਹਿਰ ਹੈਗੀ ਆ ਜਾਂ ਇਨਸਾਫ ਹੋਣ ਦਾ ਤਰੀਕਾ ਹੈਗਾ ਉਹਨੂੰ ਟੋਟਲ ਨੂੰ ਖਤਮ ਕਰ ਦਿੱਤਾ। ਹੁਣ ਵੀ ਭਰਮ ਭੁਲੇਖੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਤੱਕ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਸਾਫ਼ ਹੱਥਾਂ ਨਾਲ ਸਾਹਮਣੇ ਆ ਕੇ ਸੱਚਾਈ ਲੋਕਾਂ ਨਾਲ ਨਹੀਂ ਕਰਦੀ, ਇਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ। ਔਰ ਉਹ ਵਿਅਕਤੀ ਜਿਨ੍ਹਾਂ ਨੇ ਗੁਰਨਾਮ ਸਿੰਘ ਬੰਡਾਲੇ ਨੂੰ ਮਰਿਆਦਾਰ ਕਰਕੇ ਤੇ ਮੁਕੱਦਮੇ ਇਨਾਮ ਵੀ ਲੈ ਲਏ ਔਰ ਉਹ ਬੰਦੇ ਹੋਰ ਹੁਣ ਕੋਈ ਗੱਲ ਕਰਨ ਤੇ ਸਰਕਾਰ ਉਹਨਾਂ ਦੇ ਖਿਲਾਫ ਐਕਸ਼ਨ ਵੀ ਨਾ ਲਵੇ, ਤੇ ਮੈਂ ਸਮਝਦਾ ਅਸੀਂ ਇਹਨਾਂ ਦੀ ਕ੍ਰੈਡੀਬਿਲਿਟੀ ਇਹਨਾਂ ਦੀ ਸੱਚਾਈ ਤੇ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹਾਂ। ਜਿਹੜੀ ਪੀਪਲ ਕਮਿਸ਼ਨਸ ਬਣ ਰਿਹਾ ਹੈ ਯਾਨੀ ਕੇਵਲ ਸਿੰਘ ਹੋਰਾਂ ਨੇ ਦੱਸਿਆ ਅਸੀਂ ਉਹਨੂੰ ਸਪੋਰਟ ਕਰਾਂਗੇ। ਜੇ ਮੇਰੀ ਡਿਊਟੀ ਲਾਉਣਗੇ ਤੇ ਜੋ ਅਸੀਂ ਉਹ ਕਰ ਰਹੇ ਹਾਂ ਉਹ ਵੀ ਉਹਨਾਂ ਦੇ ਨਾਲ ਸਾਂਝਾ ਕਰਾਂਗੇ। ਇਹ ਜਿਹੜੀ ਤੁਸੀਂ ਗੁਰਨਾਮ ਸਿੰਘ ਬੰਡਾਲੇ ਵਾਲਾ ਕੇਸ ਉਠਾਇਆ ਜੀ ਇਹ ਘੱਟੋ ਘੱਟ 8 ਸਾਲ ਹੋ ਗਏ DGP ਔਲਖ ਵੱਲੋਂ ਇਨਕੁਆਇਰੀ ਆਰਡਰ ਕੀਤੀ ਜਿਹੜੀ ਠੱਪੀ ਹੋਈ ਹੈ ਜੀ। ਜਦੋਂ ਤੁਸੀਂ ਪੁਲਿਸ ਆਫੀਸਰਸ ਦੇ ਖਿਲਾਫ ਐਕਸ਼ਨ ਮੰਗ ਰਹੇ ਹੋ ਜੀ। ਆਰ ਯੂ ਆਲਸੋ ਡਿਮਾਂਡਿੰਗ ਦੈਟ ਕੇਸ ਸ਼ੁਡ ਆਲਸੋ ਬੀ ਓਪਨ ਨਾਓ? ਦੇਖੋ ਗੱਲ ਇਹ ਹੈ ਜੇਕਰ ਤੁਸੀਂ ਸਮੁੱਚੇ ਤੌਰ ਤੇ ਇਨਸਾਫ ਕਰਨਾ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਉਗਰਵਾਦ ਆਇਆ, ਕਿਸ ਤਰ੍ਹਾਂ ਉਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸੀ 1978 ਤੋਂ ਪਹਿਲਾਂ ਵੀ, ਅੱਜ ਫੇਰ ਮਸਲਾ ਉੱਥੇ ਆ ਕੇ ਖੜਾ ਹੋਇਆ। ਪੰਜਾਬ ਦੇ ਵਿੱਚ ਵਾਰ-ਵਾਰ ਇਹ ਚੀਜ਼ ਹੋ ਰਹੀ ਹੈ ਸਿਰਫ ਇਸ ਕਰਕੇ ਕਿ ਅਸੀਂ ਜਿਹੜੀ ਸੱਚਾਈ ਆ ਉਹਦੇ ਤੇ ਮਿੱਟੀ ਪਾ ਕੇ ਅੱਗੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਉਦੋਂ ਹੀ ਇਨਸਾਫ ਹੋਇਆ ਹੁੰਦਾ ਕਿਹੜੇ ਅਫਸਰਾਂ ਨੇ ਗਲਤੀ ਕੀਤੀ ਹੈ ਤੇ ਮੈਂ ਸਮਝਦਾ ਪੰਜਾਬ ਵੱਡੇ ਸੰਤਾਪ ਤੋਂ ਬਚ ਸਕਦਾ ਸੀ। ਅੱਜ ਅਸੀਂ ਉਸ ਤੋਂ ਵੀ ਭੈੜੀ ਥਾਂ ਤੇ ਆ ਕੇ ਖੜੇ ਆ। ਬਣੇਗੀ ਗੱਲ ਤਾਂ ਜੇਕਰ ਸੱਚ ਦੇ ਚੱਲੇਗੀ ਸਰਕਾਰ ਔਰ ਸੱਚੇ ਦੋਸ਼ੀ ਫੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾਣਗੇ। ਜਿਹੜਾ ਵੀ ਸਰਕਾਰੀ ਤੰਤਰ ਨੇ ਕੋਈ ਜ਼ਿਆਦਤੀ ਕੀਤੀ ਹੈ ਜਾਂ ਝੂਠ ਬੋਲਿਆ ਉਹਦੇ ਖਿਲਾਫ ਐਕਸ਼ਨ ਹੋਏਗਾ। ਇੱਕ ਜਿਹੜਾ SSP ਯਾਰ ਇੱਕ ਗੱਲ ਇਹ ਚੱਲ ਰਹੀ ਹੈ ਇਹ ਰਿਊਮਰ ਕਹਿ ਲੋ ਕਿੰਨੇ ਵੱਡੀ ਗੱਲ ਚੱਲ ਮੂੰਹ ਗੱਲ ਕਹਿ ਲੋ ਇਹ ਉੱਥੇ ਕਿਸੇ ਹੋਰ ਸੈਕਟ ਦੇ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਣਜਾਣੇ ਚਲੋ ਮੂਰਤ ਤੱਕ ਕਹਿ ਲੋ ਜਿਵੇਂ ਬਿਨਾਂ ਕਿਸੇ ਦੱਸੇ ਕਿਸੇ ਵੀ ਤਰ੍ਹਾਂ ਪੁਲਿਸ ਨੇ ਉਸ ਨੂੰ ਪਕੜ ਲਿਆ, ਪੁਲਿਸ ਨੂੰ ਪਤਾ ਵੀ ਲੱਗ ਗਿਆ ਬਟ ਪੁਲਿਸ ਇਸ ਗੱਲ ਦੇ ਡਰੋਂ ਉਸ ਬੰਦੇ ਤੇ ਕੇਸ ਨਹੀਂ ਕਰਾਇਆ ਕਿ ਇਹ ਗੱਲ ਸਾਹਮਣੇ ਆਉਣ ਨਾਲ ਪੰਜਾਬ ਦੀ ਰੈਡਿੰਗ ਸ਼ੁਰੂ ਹੋਈ।
ਦੇਖੋ ਜੇ ਉਹਨਾਂ ਨੇ ਇਹ ਕੇਸ ਤਾਂ ਪਾਤਾ ਕਿ ਇਹ ਹੈਸ ਹੈ ਕਿਸੇ ਨਾਲ। ਦੇਖੋ ਹਲੇ ਤਾਂ ਇਸ ਗੱਲ ਦੀ ਤੁਸੀਂ ਮੇਰੇ ਧਿਆਨ 'ਚ ਲਿਆਂਦੀ ਹੈ, ਮੈਂ ਉਸ ਜਗ੍ਹਾ ਪ੍ਰੋਪਰਲੀ ਜਾ ਨਹੀਂ ਸਕਿਆ। ਅਸੀਂ ਹਰ ਪੱਖ ਤੁਹਾਡੇ ਸਾਹਮਣੇ ਲਿਆ ਕੇ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੇ ਸਹਿਯੋਗ ਨਾਲ ਇਸ ਸਰਕਾਰੀ ਏਜੰਸੀ ਨੂੰ ਵੀ ਮਿਲਾਂਗੇ, ਇਹਨਾਂ ਦੇ ਕੋਲ ਜਿਹੜੀ ਐਵੀਡੈਂਸ ਹੈਗੀ ਉਹ ਵੀ ਇਕੱਠੀ ਕਰਾਂਗੇ, ਲਿਆ ਕੇ ਤੁਹਾਡੇ ਸਾਹਮਣੇ ਦੋਵੇਂ ਪੱਖ ਰੱਖਾਂਗੇ। ਕਿਉਂਕਿ ਐਵੇਂ ਇੱਕ ਪੱਖ ਦੀ ਗੱਲ ਕੀਤਿਆਂ ਵਾਜਬ ਨਹੀਂ ਹੈਗਾ, ਬਹੁਤ ਸਾਰੀਆਂ ਰਿਊਮਰਸ ਆ ਰਹੀਆਂ ਨੇ, ਲੇਕਿਨ ਜੋ ਪ੍ਰਾਈਮਾ ਫੈਸ਼ਾਈ ਲੱਗਦਾ ਹੈ ਉਹ ਹੈ ਕਿ ਸਰਕਾਰ ਜਿਹੜੀ ਹੈ ਉਹਨਾਂ ਦੀ ਨੀਅਤ ਜਿਹੜੀ ਹੈ ਇਹਨਾਂ ਤਫਤੀਸ਼ੀ ਏਜੰਸੀਆਂ ਦੀ ਉਹ ਸਾਫ਼ ਨਹੀਂ। ਨੀਅਤ ਦਾ ਇੱਥੋਂ ਵੀ ਪ੍ਰਗਟਾਵਾ ਹੁੰਦਾ ਤੇ ਵਿਸ਼ਵਾਸ ਹੈ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਅਕਾਲੀ ਦਲ ਪਾਰਟੀ ਹੈ ਇਹ ਪੰਥ ਦੇ ਅਗੇਂਸਟ ਕੰਮ ਕਰ ਰਹੀ ਹੈ। ਮੈਂ ਅਕਾਲੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਗੱਲ ਇਹ ਹੈ ਕਿ ਅਸੀਂ ਰਾਜਨੀਤੀ ਦੀ ਇੱਥੇ ਕੋਈ ਗੱਲ ਨਹੀਂ ਲੈ ਕੇ ਆਏ, ਅਸੀਂ ਕੇਵਲ ਦੋ ਗੱਲਾਂ ਲੈ ਕੇ ਆਏ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਔਰ ਇਨਸਾਫ ਦੀ ਗੱਲ। ਅਸੀਂ ਚਾਹੁੰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਔਰ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਵੇ ਤਾਂ ਕਿ ਸਾਡਾ ਆਪਸੀ ਭਾਈਚਾਰਾ ਟੁੱਟਣ ਦੀ ਜਗ੍ਹਾ ਹੋਰ ਮਜ਼ਬੂਤ ਹੋ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਅਮਨ ਹੋਵੇ ਔਰ ਸ਼ਾਂਤੀ ਨਾਲ ਜਿਹੜਾ ਪੰਜਾਬ ਹੈ ਇਹ ਤਰੱਕੀ ਕਰੇ। ਕਿਉਂਕਿ ਪੰਜਾਬ ਬਾਰੇ ਇੱਕ ਗੱਲ ਬੜੀ ਸਪਸ਼ਟ ਹੈਗੀ ਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂਆਂ ਦੀ ਇਹ ਧਰਤੀ ਹੈ ਤੇ ਸਾਰੇ ਵੀਰ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ, ਉਹਨੂੰ ਮੰਨਦੇ ਆ ਤੇ ਉਸੇ ਗੁਰੂ ਗ੍ਰੰਥ ਸਾਹਿਬ ਦੇ ਲਈ ਅਸੀਂ ਆਪਣਾ ਜੀਵਨ ਅਰਪਣ ਕਰਕੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਲੱਗੇ। ਇਹ ਦੱਸਣਾ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਰਜਿਸਟਰੀ ਦਾ ਕੋਈ ਨਹੀਂ, ਫਿਰ ਕੌਣ ਕਰਾ ਰਿਹਾ ਸਾਰਾ ਜਿਹੜਾ? ਦੇਖੋ ਇਹਨੂੰ ਕੌਣ ਕਰਾ ਤੁਸੀਂ ਜਿਹੜੀ ਸਾਡੀ ਹੁਣੇ ਗੱਲ ਦੱਸੀ ਹੈ ਨਾ ਇਕਬਾਲ ਸਿੰਘ ਜੀ, ਉਹਦੇ ਮੁਤਾਬਿਕ ਇਹ ਸੀ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਜਿਹੜੀ ਗਵਰਨਮੈਂਟ ਹੈਗੀ ਆ ਉਹ ਪੰਥ ਦੇ ਅਗੇਂਸਟ ਹੋਈ ਹੋਈ। ਦੇਖੋ ਗੱਲ ਇਹ ਹੈ ਕਿ ਤੁਸੀਂ ਸਾਨੂੰ ਉਹ ਸਵਾਲ ਆਪਣੇ ਦਾ ਜਵਾਬ ਆਪਣੇ ਸਾਡੀ ਆਪਣੀ ਗੱਲ ਨਾ ਪਾਓ। ਸਾਡੀ ਗੱਲ ਬੜੀ ਸਿੰਪਲ ਹੈ, ਅਸੀਂ ਗੱਲ ਕਰ ਰਹੇ ਹਾਂ ਜਿਹੜਾ ਸਰਕਾਰੀ ਤੰਤਰ ਤਫਤੀਸ਼ ਕਰ ਰਿਹਾ ਔਰ ਜਿਹੜੀ ਹੈ ਇੱਥੇ ਬੜੀਆਂ ਗਵਰਨਮੈਂਟਾਂ ਬਦਲੀਆਂ, ਲੇਕਿਨ ਉਹ ਜਿਹੜਾ ਗਲਤ ਕੰਮ ਕਰਨ ਦੀ ਤਰੀਕਾ ਹੈ ਉਹ ਪੰਜਾਬ 'ਚ ਨਹੀਂ ਬਦਲਿਆ ਜਦੋਂ ਕਿ ਇਹ ਸਰਕਾਰ ਨੂੰ ਜ਼ਿੰਮੇਵਾਰੀ ਮੈਂ ਬੇਨਤੀ ਕਰਾਂਗਾ ਜਵਾਬ ਸਿੰਘ ਸਾਹਿਬ ਯਾਨੀ ਕੇਵਲ ਸਿੰਘ ਦੇਣਗੇ। ਜਿਹੜਾ ਸਾਡਾ ਪ੍ਰੈਸ ਨੋਟ ਵੀ ਹੈਗਾ, ਸੁਣੋ ਜੀ ਪਹਿਲੇ ਮੇਰੀ ਗੱਲ ਸੁਣੋ, ਜਿਹੜਾ ਸਾਡਾ ਪ੍ਰੈਸ ਨੋਟ ਵੀ ਇਹ ਪਹਿਲਾਂ ਇਹ ਪੰਜਾਬ ਸਰਕਾਰ ਸਿੱਖ ਮਾਮਲਿਆਂ ਦੀ ਦਖਲਅੰਦਾਜ਼ੀ ਬੰਦ ਕਰੇ। ਜੇ ਕੋਈ ਪੁੱਛਦਾ ਲੈਂਦੇ ਹੋ ਤੁਹਾਨੂੰ ਲੱਗਦਾ ਵੀ ਸਰਕਾਰ ਦੇ ਨੀਅਤ ਉੱਥੋਂ ਹੀ ਰਿਫਲੈਕਟ ਹੋ ਜਾਂਦੀ ਹੈ, ਦੀ ਟਾਈਪ ਆਫ ਆਫੀਸਰਸ ਵਰ ਸੈਂਟ देयर ਟੂ ਹੈਂਡਲ ਦੀ ਸਿਚੁਏਸ਼ਨ ਔਨ ਅਕਤੂਬਰ 14 ਯੈਸ ਸਪੈਸ਼ਲੀ ਫਰਮ ਲੁਧਿਆਣਾ ਐਂਡ ਆਫ ਕੋਰਸ ਫਰਮ ਮੋਗਾ। ਗੱਲ ਇਹ ਹੈ ਕਿ ਜਿਹੜੇ ਇਹ ਪੰਜਾਬ ਦੇ ਅਫਸਰ ਜਿਹੜੇ ਆ ਉਹ ਆਪਣੀ ਨਿਰਪੱਖਤਾ ਦੀ, ਆਪਣੀ ਇਮਾਨਦਾਰੀ ਦੀ ਤੇ ਆਪਣੀ ਸੱਚਾਈ ਦੀ ਕਿਸੇ ਆਫੀਸਰ ਦੀ ਸਾਖ ਜਿਹੜੀ ਹੈ ਇਹ ਗਵਾ ਚੁੱਕੇ ਇਹ ਗਵਾ ਚੁੱਕੇ ਆ ਸਾਖ। The type of officers were sent there. ਯੈਸ ਗੱਲ ਇਹ ਹੈ ਇੱਥੇ ਇੱਕ ਮਿਸਟਰ ਬੀਪੀ ਤਿਵਾੜੀ ਨੇ ਉਹਨਾਂ ਨੇ ਇਨਕੁਆਇਰੀ ਕੀਤੀ ਸੀ। ਉਹ ਇਨਕੁਆਇਰੀ ਦੇ ਵਿੱਚ ਉਹਨਾਂ ਨੇ ਕੁਝ ਦੋਸ਼ੀ ਅਫਸਰ ਪਾਏ ਸੀਗੇ, ਜਸਟਿਸ ਗੁਰਦੇਵ ਆਪਣਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਵਾਲੇ ਕੇਸ ਦੇ ਵਿੱਚ, ਲੇਕਿਨ ਉਹ ਤਿਵਾੜੀ ਦੇ ਖਿਲਾਫ ਤਾਂ ਐਕਸ਼ਨ ਹੋਇਆ। ਉਸ ਕਾਰਵਾਈ ਜਿਹੜੀ ਉਹਨੇ ਰਿਪੋਰਟ ਦਿੱਤੀ ਉਹਨੂੰ ਕਿਸੇ ਨੇ ਟੱਚ ਨਹੀਂ ਕੀਤਾ, ਕੋਈ ਉਹਦੇ ਤੇ ਐਕਸ਼ਨ ਨਹੀਂ ਲਿਆ। ਠੀਕ ਹੈ। ਸੋ ਇਹ ਨੀਅਤ ਅਫਸਰਾਂ ਦੀ ਤੇ ਸਰਕਾਰ ਦੀ ਆਪਣੇ ਆਪ ਹੀ ਸਪਸ਼ਟ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਿੰਦਰ ਸਿੰਘ ਜੀ ਪੂਰੇਵਾਲ ਯੂਕੇ ਤੋਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਿਹੜੇ ਚੇਅਰਮੈਨ ਹਨ ਅਤੇ ਜਨਰਲ ਸਕੱਤਰ ਅਖੰਡ ਕੀਰਤਨੀ ਜਥਾ ਯੂਰਪ ਦੇ, ਉਹ ਵਿਦੇਸ਼ਾਂ ਦੇ ਵਿੱਚ ਔਰ ਵਿਦੇਸ਼ਾਂ ਦੇ ਜਿਹੜਾ ਲੋਕਾਂ ਦਾ ਕੀ ਸੋਚਣਾ ਹੈ ਸਿੱਖਾਂ ਦਾ, ਉਹਦੇ ਬਾਰੇ ਸਾਰਾ ਦੱਸਣਗੇ। ਔਰ ਖਾਸ ਤੌਰ ਤੇ ਜਿੱਥੇ ਸਾਰੇ ਪੱਤਰਕਾਰ ਸਾਹਿਬਾਨਾਂ ਦਾ ਚੈਨਲ ਦਾ ਮੈਂ ਧੰਨਵਾਦ ਕਰਨਾ, ਖਾਸ ਕਰਕੇ ਇੰਟਰਨੈਸ਼ਨਲ ਚੈਨਲ ਵੀ ਕੁਝ ਆਏ ਹਨ ਜਿਵੇਂ ਕਿ ਸੰਗਤ ਚੈਨਲ, ਅਕਾਲ ਚੈਨਲ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਭਾਈ ਕਰਦੇ ਸਾਹਿਬ ਹਾਂ। ਤੁਸੀਂ ਪਲੀਜ਼ ਬੈਠ ਜਾਓ, ਸਾਨੂੰ ਸਾਰੇ ਨਹੀਂ ਦੱਸਿਆ ਤੁਸੀਂ ਇੱਥੇ ਮਸਲੇ ਨੂੰ ਪੱਤਰਕਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਪਿਛਲੇ 8 ਸਾਲਾਂ ਤੋਂ ਸਾਡੇ ਧਾਰਮਿਕ ਅਦਾਰੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਉਹ ਟੋਟਲੀ ਬੰਦ ਕਰੇ। ਉਹਨਾਂ ਨੇ ਤੇ ਆਪਣੇ ਪੋਲੀਟੀਕਲ ਪਾਰਟੀ ਦੇ ਆਪਣੇ ਹੁੰਦੇ ਆ, ਵੋਟਾਂ ਦੇ ਕਿਸੇ ਹਾਲ ਤੱਕ ਨਹੀਂ ਜਾ ਸਕਦੇ ਆ। ਪਰ ਸਾਡੇ ਖਾਲਸਾ ਪੰਥ ਦੇ ਅਦਾਰੇ ਨੂੰ ਦੇ ਵਿੱਚ ਪ੍ਰੈਸ਼ਰ ਦੇ ਨਾਲ ਜਥੇਦਾਰਾਂ ਪਾਸੇ ਛੋਟੇ ਛੋਟੇ ਫੈਸਲੇ ਕਰਾ ਕੇ ਸਾਨੂੰ ਇੱਥੇ ਲੈ ਆਉਂਦਾ ਹੈਗਾ। ਉਹ ਬਿਲਕੁਲ ਅਸੀਂ ਇਹੀ ਚਾਹੁੰਦੇ ਕਿ ਉਹ ਬੰਦ ਕਰਨ। ਸਰਕਾਰ ਜਿਹੜੀ ਇੱਥੇ ਪੰਜਾਬ ਦੀ ਹੈਗੀ ਆ। ਦੂਜੀ ਬੇਨਤੀ, ਜਿਨ੍ਹਾਂ ਵੀ ਵੀਰਾਂ ਨੇ ਜਾਂ ਸਾਡੇ ਮਾਨਯੋਗ ਸਤਿਕਾਰਯੋਗ ਇਸ ਲੀਡ ਕਰ ਰਹੇ ਆ ਸਾਰੇ ਇਸ ਸਮੱਸਿਆ ਨੂੰ ਨਾ, ਭਾਈ ਰਣਜੀਤ ਸਿੰਘ ਜੀ ਹੈਗੇ ਆ, ਕੰਸਪੀ ਜੀ ਹੈਗੇ ਆ, ਗਿਆਨੀ ਕੇਵਲ ਸਿੰਘ ਜੀ ਆ, ਉਹਨਾਂ ਨਾਲ ਬਹੁਤ ਸਾਰੇ ਹੋਰ ਸਾਥੀ ਹੈਗੇ ਆ। ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਸਾਰਿਆਂ ਦਾ
ਸਹਿਯੋਗ ਦੇਵਾਂਗੇ ਅਖੰਡ ਜਥੇ ਵੱਲੋਂ ਵੀ, ਸਿੱਖ ਸਾਡੀ ਵੱਲੋਂ ਵੀ ਤੇ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ। ਇਸ ਘਟਨਾ ਦੀ ਵਿਦੇਸ਼ਾਂ ਦੇ ਵਿੱਚ ਇੱਥੇ ਨਾਲੋਂ ਵੀ ਜ਼ਿਆਦਾ ਰੋਸ ਹੈ ਉਹਨਾਂ ਦੇ ਵਿੱਚ। ਕੱਲ੍ਹ ਤੁਸੀਂ ਮੀਡੀਆ 'ਚ ਦੇਖਿਆ ਹੋਣਾ ਕਿ ਉੱਥੇ ਵੀ ਨੌਜਵਾਨਾਂ ਨੇ ਅੱਗੇ ਕਦੀ ਵੀ ਸੜਕਾਂ ਨਹੀਂ ਬੰਦ ਕੀਤੀਆਂ, ਉੱਥੇ ਵੀ ਸੜਕਾਂ ਬੰਦ ਹੋਈਆਂ, ਉੱਥੇ ਅਰੈਸਟ ਵੀ ਨੌਜਵਾਨ ਬੈਠੇ ਹੈਗੇ ਆ। ਈਵਨ ਜੇ ਕਿਸੇ ਗੁਰਦੁਆਰੇ ਨੇ ਕਦੀ ਕੋਈ ਸਟੇਟਮੈਂਟ ਦਿੱਤੀ ਸੀਗੀ, ਵਿਦੇਸ਼ਾਂ ਮੇਰੇ ਘੱਟ ਤੋਂ ਘੱਟ ਕੈਨੇਡਾ, ਅਮਰੀਕਾ, ਇੰਗਲੈਂਡ ਤਿੰਨਾਂ ਕੰਟਰੀਆਂ ਵਿੱਚ ਹੀ ਈਵਨ 15 ਲੱਖ 2000 ਗੁਰਦੁਆਰਾ ਆ, ਵੱਡੀਆਂ ਸੰਸਥਾਂ ਸਾਰਿਆਂ ਨੇ ਹੀ ਐਸੀ ਸਟੇਟਮੈਂਟ ਇਸ਼ੂ ਕੀਤੀਆਂ ਹਰੇਕ ਹੀ ਆਪਣੇ ਸ਼ਹਿਰ ਦੇ ਵਿੱਚੋਂ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਦਖਲਅੰਦਾਜ਼ੀ ਬੰਦ ਕਰੇ। ਜਥੇਦਾਰ ਸਾਹਿਬਾਨ ਜਾਂ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਤੌਰ ਤੇ ਫੈਸਲਾ ਕਿ ਆ ਐਡੇ ਵੱਡੇ ਆਹ ਸਮੱਸਿਆ ਹੋਣੀ ਨਹੀਂ ਸੀਗੀ, ਇਹ ਸਾਨੂੰ ਪ੍ਰੈਸ਼ਰ ਨਾਲ ਕਰਾਇਆ ਜਾਂਦਾ ਹੈਗਾ। ਪਰ ਅਸੀਂ ਇਹ ਬੇਨਤੀ ਵੀ ਕਰਦੇ ਹਾਂ, ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤੇ ਚਾਹੇ ਜਥੇਦਾਰ, ਕਰਨ ਦੱਸ ਦੇਣਾ ਚਾਹੀਦਾ ਵੀ ਆਹ ਫੈਸਲੇ ਅਸੀਂ ਇਹਨਾਂ ਲੋਕਾਂ ਦੇ ਪ੍ਰੈਸ਼ਰ ਕੀਤੇ ਹੈਗੇ ਆ। ਉਹਦਾ ਖਾਲਸਾ ਪੰਥ ਦੇ ਵਿੱਚ ਕਿਸੇ ਨੂੰ ਕਿਸੇ ਪ੍ਰੈਸ਼ਰ ਫੈਸਲਾ ਕਰਨਾ ਨਹੀਂ ਚਾਹੀਦਾ ਹੁੰਦਾ, ਪਰ ਉਹਨਾਂ ਨੇ ਆਪਣੀ ਕਮਜ਼ੋਰੀ ਦਿਖਾ ਲਈ ਆ। ਉਹ ਆਪਣੇ ਅਸਤੀਫੇ ਦੇਣ ਤੇ ਉਹਨਾਂ ਨੂੰ ਜਿਹੜੀ ਆ ਪੰਜਾਬ ਸਿੰਘਾਂ ਕੋਲ ਪੇਸ਼ ਤਾਂ ਹੋਣਾ ਹੀ ਹੋਣਾ ਚਾਹੀਦਾ। ਜਿਹੜੀ ਗੱਲ ਆ ਵਾਰ-ਵਾਰ ਆ ਰਹੀ ਹੈ ਜੀ ਉਹ ਪੇਸ਼ ਨਹੀਂ ਹੋਣਗੇ, ਕੋਈ ਵੀ ਪੰਜਾਂ ਤੋਂ ਵੱਡਾ ਨਹੀਂ ਹੁੰਦਾ ਹੈਗਾ ਤੇ ਪੰਜਾਬ ਜਾਣ ਸਕਦਾ। ਹਰੇਕ ਹੀ ਖਾਲਸਾ ਪੰਥ ਦਾ ਜਿੰਨੇ ਵੀ ਵੀਰ ਸਾਡੇ ਹੈਗੇ ਆ ਉਹ ਤਾਂ ਤਿਆਰ ਨੇ ਪੰਜਾਬ ਜਾਣ ਦੇ ਲਈ। ਇਸ ਸਤਿਗੁਰੂ ਮਿਲਣ ਲਈ ਕਿਹਦਾ ਜੀ ਨਹੀਂ ਕਰਦਾ ਹੈਗਾ। ਅਸੀਂ ਤਾਂ ਕਿਤੇ ਫਿੱਕਾ ਵੀ ਕਿਤੇ ਬੋਲ ਲਈਏ, ਕਿਤੇ ਲੱਗਾ ਵੀ ਅਸੀਂ ਕਿਤੇ ਨਾ ਕਿਤੇ ਯਾਦ ਹੀ ਕਰ ਲਈਏ ਤੇ ਆਪ ਪੇਸ਼ ਹੋ ਜਾਈਦਾ ਹੈਗਾ। ਤੇ ਉਹਨਾਂ ਨੂੰ ਸਮਾਂ ਪੰਥ ਦਾ ਮਾਣ ਵਧਾਉਣ ਦੇ, ਖਾਲਸਾ ਦਾ ਮਾਣ ਵਧਾਉਣ ਦੇ ਲਈ ਆਪ ਪੇਸ਼ ਹੋਣਾ ਚਾਹੀਦਾ ਸੀਗਾ ਤੇ ਇਹ ਮਸਲੇ ਨੂੰ ਹੋਰ ਅੰਝਾਉਣਾ ਨਹੀਂ ਚਾਹੀਦਾ ਸੀਗਾ। ਇੱਕ ਮੈਂ ਜਿੰਨੇ ਵੀ ਇੱਥੇ ਨੌਜਵਾਨਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੈਗਾ, ਅਵੇਅਰਨੈਸ ਦਾ, ਸਿੱਖਣ ਹੋਈਆਂ ਜ਼ਿਆਦਤੀਆਂ ਦਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਹੁਣ ਅਸੀਂ ਬੇਨਤੀ ਜਿੱਦਾਂ ਪਹਿਲਾਂ ਵੀ ਕੀਤੀ ਗਈ ਹੈਗੀ ਆ ਵੀ ਸ਼ਬਦ ਲਾਉਣੇ ਨਹੀਂਗੇ, ਆਪਣੇ ਕੋਲ ਰੱਖਣ ਤੇ ਨਾਲ ਹੀ ਨਾਲ ਆਪਾਂ ਹੋਰ ਤਰੀਕੇ ਬਹੁਤ ਸਾਰੇ ਟੈਸਟ ਕਰਦੇ ਹੈਗੇ ਆ, ਉਹਨਾਂ ਨੂੰ ਵੀ ਆਪਾਂ ਵਰਤਣਾ ਚਾਹੀਦਾ। ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਹੈਗੇ ਆ ਜਾਂ ਕਿਤੇ ਐਮਐਲਏ ਹੈਗੇ ਆ, ਉਹਨਾਂ ਦੇ ਕੋਠੇ ਮੂਹਰੇ ਘਰਾਂ ਮੂਹਰੇ ਘਰਾਓ ਕਰਨਾ ਇਹ ਠੀਕ ਲੱਗਦਾ। ਆਪਾਂ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਆ ਅੱਗੇ ਖਰਾਬ ਹੋ ਗਿਆ, ਹੋਣ ਨਹੀਂ ਦੇਣਾ ਹੈਗਾ। ਸਾਰੇ ਭਾਈਚਾਰੇ ਨੇ ਆਪਾਂ ਰਲ ਕੇ ਇਕੱਠੇ ਹੋ ਕੇ ਚੱਲਣਾ ਹੈਗਾ। ਸਾਨੂੰ ਬੇਨਤੀ ਹੋਈ ਆ ਵੀ ਕੁਐਸਚਨ ਕਿਸੇ ਨੇ ਕੋਈ ਪੁੱਛਣਾ, ਜਾਣਕਾਰੀ ਲੈਣੀ ਤੋਂ ਦਾ ਇਹ ਆ ਵੀ ਕੋਈ ਸੱਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਅਕਾਲੀ ਦਲ ਤੋਂ ਅਸਤੀਫੇ ਦੇ ਕੇ ਬਾਹਰ ਆਉਣ ਤੇ ਉਹਨਾਂ ਨੂੰ ਆਪਣੇ ਆਪ ਹੀ ਅਸਤੀਫੇ ਦੇਣੇ ਚਾਹੀਦੇ ਆ। ਉਹਨਾਂ ਦੀ ਮੈਨੂੰ ਤਾਂ ਪਤਾ ਨਹੀਂ ਕੱਲ੍ਹ ਸ਼੍ਰੋਮਣੀ ਕਮੇਟੀ ਨੂੰ ਜੇ ਸਰਕਾਰ ਦਖਲਅੰਦਾਜ਼ੀ ਨਾ ਕਰੇ ਨਾ, ਮੇਰੇ ਐਡਾ ਮਾਹੌਲ ਬਣਨਾ ਨਹੀਂ ਸੀਗਾ। ਕੋਈ ਮੇਰੇ ਖਿਆਲ ਐਤੀਆਂ ਦੋ ਬੰਦੇ ਹੀ ਚਲਾ ਰਹੇ। ਮੈਂ ਬਹੁਤ ਸਾਰੇ ਅਕਾਲੀ ਮੰਤਰੀਆਂ ਨਾਲ ਵੀ ਲੇਟਲੀ ਗੱਲ ਕੀਤੀ ਆ, ਚੰਡੀਗੜ੍ਹ ਵੀ ਕੀਤੀ ਆ, ਇੱਥੇ ਵੀ ਕੀਤੀ ਹੈਗੀ ਆ ਤੇ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਕੱਲ੍ਹ ਨਹੀਂ ਆਵਾਜ਼ ਛਾਲਦੇ, ਜਦ ਤੁਸੀਂ ਬੈਠੇ ਆਪਣੀਆਂ ਬੈਠਕਾਂ ਕੱਲ੍ਹ ਨਹੀਂ ਆਵਾਜ਼ ਛਾਲਦੇ, ਕੱਲ੍ਹ ਤੁਸੀਂ ਚੁੱਪ ਕਰਕੇ ਬੈਠੇ ਰਹਿੰਦੇ, ਕੱਲ੍ਹ ਤੁਹਾਡੇ ਇੰਨੇ ਡਰ ਗਏ ਜਾਂ ਇੰਨੇ ਵੀਕ ਹੋ ਗਏ ਜਾਂ ਇੰਨੇ ਤੁਹਾਨੂੰ ਲਾਲਚ ਹੈਗਾ ਆ। ਤੇ ਉਹ ਵੀ ਇਹ ਮੰਨਦੇ ਆ ਵੀ ਫੈਸਲੇ ਸਾਡੇ ਗਲਤ ਹੋਏ ਹੈਗੇ ਆ, ਵੀ ਆਉਣ ਵਾਲੇ ਸਮੇਂ 'ਚ ਜ਼ਰੂਰ ਸੋਚਾਂਗੇ। ਪਰ ਅਜੇ ਮੈਂ ਦੇਖਿਆ ਉਹਨਾਂ ਦੇ ਵਿੱਚ ਇੰਨੀ ਜਿੱਦਾਂ ਸਮਝ ਲਓ ਵੀ ਇੰਨੇ ਜੇ ਦਰਦ ਆਈ ਨਹੀਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਮਾਨਤਾ ਦਿੰਦੇ ਹੈ। ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦਿੰਦੇ ਦੇਖੋ ਮਾਨਤਾ ਤਾਂ ਉਹਨੂੰ ਹੈਗੀ, ਜਿੱਦਾਂ ਦੇ ਕੰਮ ਕੀਤੇ ਫਿਰ 5-6 ਸਾਲ ਤੋਂ ਨਾ, ਪਰ ਹੁਣ ਲੱਗਦਾ ਵੀ ਮਾਨਤਾ ਦੀ ਲੋੜ ਨਹੀਂ, ਉਹਨੇ ਡਿਊਟੀ ਨਿਭਾਈ ਨਹੀਂ। 180 ਮੈਂਬਰ ਹੋਣ ਤੇ ਕਦੀ ਨੇ ਨਿਊਜ਼ ਦੇਖੀ ਮੀਡੀਆ ਜਿਵੇਂ ਕਿ ਧਰਮ ਪ੍ਰਚਾਰ ਕੀਤਾ, ਕਦੀ ਉਹ ਆਪਣੇ ਘਰਾਂ 'ਚ ਬੈਠੇ ਪਤਾ ਲੇਬਰ ਨਾਲ ਲੱਗੇ ਹੈਗੇ ਆ ਤੇ ਉਹਨੇ ਕੋਈ ਡਿਊਟੀ ਨਿਭਾਈ। ਮੇਰੇ ਖਿਆਲ ਉਹ ਅਸਤੀਫੇ ਦੇ ਉਹਨੂੰ ਘਰ ਭੇਜਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬਾਨ ਦਾ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਪ੍ਰਸ਼ਾਦਾ ਛੱਕ ਕੇ ਜਾਣਾ ਸਾਰਿਆਂ ਨੇ, ਐਵੇਂ ਨਹੀਂ ਕਿਸੇ ਨੇ ਵੀ ਜਾਣਾ। ਔਰ ਬਹੁਤ ਬਹੁਤ ਧੰਨਵਾਦ। ਹੋਰ ਵੀ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ, ਅਰਜੀਤ ਸਿੰਘ ਮਿਸ਼ਨਰੀ ਜੀ ਵੀ ਉਹਨਾਂ ਨੇ ਵੀ ਗੱਲ ਕਰਨੀ ਸੀ, ਪਰ ਜਿਹੜਾ ਜਸਵਿੰਦਰ ਸਿੰਘ ਐਡਵੋਕੇਟ ਜੀ ਵੀ ਆਏ, ਮੈਂਬਰ ਸ਼੍ਰੋਮਣੀ ਕਮੇਟੀ ਸਾਬਕਾ, ਔਰ ਜਿਹੜੇ ਕਾਰਪੋਰੇਟ ਦੀ ਫੌਜ ਦੇ ਮੁਖੀਆਂ, ਸਾਰਿਆਂ ਵੱਲੋਂ ਤੁਹਾਡਾ ਪੱਤਰਕਾਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ, ਅੱਜ ਦੀ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਕੀ ਸੀਗਾ? ਦੇਖੋ, ਅੱਜ ਦੀ ਜਿਹੜੀ ਸਾਡੀ ਕਾਨਫਰੰਸ ਹੈ, ਇਹ ਜੋ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਜੋ ਵਰਤਮਾਨ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਦੇ ਬਾਰੇ ਅੰਦਰ ਜੋ ਸਿੱਖ ਜਜ਼ਬੇ ਨੇ ਉਹਨਾਂ ਨੂੰ ਪ੍ਰਗਟਾਵੇ ਨੂੰ ਮੀਡੀਆ ਰਾਹੀਂ ਸਾਰੇ ਸੰਸਾਰ ਦੇ ਸਾਹਮਣੇ ਰੱਖਣ ਦੇ ਲਈ ਅੱਜ ਦੇ ਵਿਸ਼ੇਸ਼ ਤੌਰ 'ਤੇ ਅੱਜ ਦਾ ਜਿਹੜਾ ਸਾਡਾ ਪੱਤਰਕਾਰ ਸੰਮੇਲਨ ਜਿਹੜਾ ਹੈ ਇਹ ਸੱਦਿਆ ਗਿਆ। ਸਿੱਖ ਸੇਵਕ ਜਥਾ ਇੰਟਰਨੈਸ਼ਨਲ ਵੱਲੋਂ ਜਿਹੜਾ ਬੁਲਾਇਆ ਗਿਆ, ਇਹ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਅੰਦਰ ਸੱਚ ਕੀ ਹੈ। ਜੋ ਮੀਡੀਆ ਨੇ ਪਹਿਲਾਂ ਗੱਲਾਂ ਜਾ ਰਹੀਆਂ ਸਨ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਧੁੰਦਲੀਆਂ ਕਰਕੇ ਜਾਂ ਰਲਗੜ ਕਰਕੇ ਜਾਂ ਇੱਕ ਪਾਸੇ ਜਾ ਰਹੀਆਂ ਸਨ, ਉਹ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਵਾਸਤੇ ਜਿਹੜੀ ਸੀ ਅੱਜ ਦੀ ਸਾਡੀ ਕਾਨਫਰੰਸ ਰੱਖੀ ਗਈ ਸੀ। ਹਾਂਜੀ, ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਜਿਹੜਾ ਸਾਰਾ ਕੁਝ ਰਚਿਆ ਜਾ ਰਿਹਾ ਹੈ, ਜੋ ਵੀ ਹੋ ਰਿਹਾ, ਹਰ ਵਾਰੀ ਇਦਾਂ ਹੀ ਹੁੰਦਾ ਹੈ, ਫਿਰ ਇੱਕ ਬਵਾਲ ਜਿਹਾ ਉੱਠਦਾ, ਫਿਰ ਠੰਡਾ ਪੈ ਜਾਂਦਾ, ਕੀ ਐਤਕੀ ਕੁਝ ਸੋਲਿਡ ਰਿਜ਼ਲਟ ਨਿਕਲੂਗਾ ਕਿ ਨਹੀਂ? ਦਰਅਸਲ ਜਦੋਂ ਘਟਨਾਵਾਂ ਘਟਦੀਆਂ ਨੇ ਨਾ, ਘਟਨਾਵਾਂ ਦੇ ਪਿਛਲੇ ਪਾਸੇ ਕੀ ਹੁੰਦਾ ਹੈ, ਇਹ ਇੱਕ ਬੜੀ ਸਾਜ਼ਿਸ਼ ਹੁੰਦੀ ਹੈ।
ਹੁਣ ਵੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਗੱਲ ਘਟਨਾ 1 ਜੂਨ ਤੋਂ ਸ਼ੁਰੂ ਹੋਈ ਹੈ, ਜਿਹਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ, ਇਹਦੇ ਮਗਲੇ ਪਾਸੇ ਵੀ ਕੋਈ ਗਹਿਰੀ ਸਾਜ਼ਿਸ਼ ਹੈ ਜਿਹੜੀ ਸਿੱਖਾਂ ਦੇ ਜਜ਼ਬਾਤਾਂ ਨੂੰ ਹਮੇਸ਼ਾ ਜ਼ਖਮੀ ਕਰਕੇ ਇਹਨਾਂ ਨੂੰ ਕਦੇ ਵੀ ਆਪਣੀ ਚੰਗਾ ਸੋਚਣ ਦੇ ਲਈ, ਪ੍ਰਗਤੀ ਵਾਲੇ ਪਾਸੇ ਜਾਣ ਲਈ, ਸੰਸਾਰ ਦੇ ਸਾਹਮਣੇ ਖੜਾ ਹੋ ਕੇ ਆਪਣੇ ਮਾਨ ਸਨਮਾਨ ਤਲਾਸ਼ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੀ। ਉਹ ਹਮੇਸ਼ਾ ਸਾਨੂੰ ਮਸਲਿਆਂ 'ਚ, ਸਮੱਸਿਆ 'ਚ ਉਲਝਾਉਣਾ ਚਾਹੁੰਦੀ ਹੈ। ਹੁਣ ਵੀ ਇੱਕ ਸਾਜ਼ਿਸ਼ ਹੈ ਜਿਹੜੀ ਸਾਡੇ ਗੁਰੂ 'ਤੇ ਵਾਰ ਕਰ ਰਹੀ ਹੈ ਔਰ ਗੁਰੂ ਦਾ ਅਪਮਾਨ ਕਰਕੇ ਸਾਨੂੰ ਸਾਰਿਆਂ ਨੂੰ ਜ਼ਖਮੀ ਕਰਕੇ ਉਹ ਆਪਣੇ ਆਪ ਨੂੰ ਕਿਸੇ ਹੋਰ ਪਾਸੇ ਲਾ ਕੇ ਸਾਡੇ ਅਗਲੇ ਨੁਕਸਾਨ ਦੀ ਤਿਆਰੀ ਕਰ ਰਹੀ ਹੈ। ਤੁਹਾਡੇ ਵਿਚਾਰ ਮੁਤਾਬਿਕ ਕਿਹਦੀ ਸਾਜ਼ਿਸ਼ ਹੈ? ਇਹ ਸਾਜ਼ਿਸ਼ ਦੇ ਕਈ ਸੈੱਲ ਨੇ ਜੀ। ਅਸੀਂ ਕਿਸੇ ਇੱਕ ਤੇ ਦੋਸ਼ ਦੇ ਕੇ ਅਸੀਂ ਨਹੀਂ ਇੱਕ ਨੂੰ ਟਾਰਗੇਟ ਨਹੀਂ ਕਰ ਸਕਦੇ। ਜੇ ਇਹਦੇ ਕਈ ਤਰ੍ਹਾਂ ਬਾਹਰ ਬੈਠੇ ਵੇ, ਮੈਂ ਕੱਲ ਪਰਸੋਂ ਪਤਾ ਨਹੀਂ ਸੱਚ ਹੈ ਕਿ ਝੂਠ ਹੈ, ਮੈਨੂੰ ਕੋਈ ਸੱਜਣ ਆ ਰਿਹਾ ਜੀ, ਇੱਕ YouTube 'ਤੇ ਖਬਰ ਪਈ ਹੈ ਕਿ ਬੱਲਾ ਵਾਲੇ ਨੇ ਪਾਈ ਤੁਸੀਂ ਸਾਡੇ ਗੁਰੂ ਦਾ ਅਪਮਾਨ ਕੀਤਾ, ਤੁਹਾਡੇ ਗੁਰੂ ਦਾ ਅਪਮਾਨ ਕਰਤਾ। ਕੋਈ ਕਹਿੰਦਾ ਜੀ RSS ਕਰਵਾ ਰਹੀ, ਕੋਈ ਕਹਿੰਦਾ ਸਰਸੇ ਵਾਲਾ ਕਰਵਾ ਲਿਆ, ਕੋਈ ਕਹਿੰਦਾ ਕਿ ਅੰਦਰ ਪਾਸੇ ਕੋਈ ਦੂਜੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ। ਇਸ ਕਰਕੇ ਜਦੋਂ ਨੰਗਾ ਨਹੀਂ ਕੁਝ ਹੋ ਜਾਂਦਾ ਉਦੋਂ ਤੱਕ ਆਪ ਇੱਕ ਦਾ ਪ੍ਰੋਪਰ ਨਾਂ ਲੈ ਕੇ ਆਪਾਂ ਅੱਜ ਗੱਲ ਕਰਨ ਦੀ ਅਵਸਥਾ ਵਿੱਚ ਨਹੀਂ ਆ। ਪਰ ਇਹ ਗੱਲ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਡੇ ਅੰਦਰ ਬਹੁਤ ਜਿਹੜਾ ਦੁਸ਼ਮਣ ਹੈ ਉਹ ਅੰਦਰ ਵੜ ਕੇ ਬੈਠਾ ਹੋਇਆ। ਦਾਸ ਨੂੰ ਵਾਕਿਆਤ ਯਾਦ ਆ ਰਹੇ ਨੇ। 19-20 ਸਾਲ ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਗ੍ਰੰਥੀ ਸਿੰਘ ਦਾ ਕੈਂਪ ਲਾਇਆ ਸੀ। ਜਦੋਂ ਉਸ ਗ੍ਰੰਥੀ ਸਿੰਘਾਂ ਨੂੰ ਨੇੜੇ ਹੋ ਕੇ ਵੇਖਿਆ, ਮਿਲੇ ਗਲੇ, ਉਹਨਾਂ 'ਚ ਕੁਝ ਸੱਜਣ ਉਹ ਸਨ ਜਿਹੜੇ ਸਿੱਖ ਨਹੀਂ ਸਨ ਪਰ ਗ੍ਰੰਥੀ ਸਨ। ਬਾਣਾ ਗ੍ਰੰਥੀਆਂ ਵਾਲਾ ਸੀ, ਕੋਈ ਰਾਧਾ ਸੁਆਮੀ ਸੀ, ਕੋਈ ਨਿਰੰਕਾਰੀ ਸੀ, ਕੋਈ ਅਸਾਈਆਂ ਦਾ ਪੈਰੋਕਾਰ ਸੀ, ਉਹ ਕੋਈ RSS ਦਾ ਸੀ। ਉਹ ਇਸ ਤਰ੍ਹਾਂ ਕਰਕੇ ਗੁਰਦੁਆਰੇ ਗ੍ਰੰਥੀ ਲਾ ਕੇ ਬੈਠੇ ਹੋਏ ਨੇ। ਇਸ ਤਰ੍ਹਾਂ ਮੈਂ ਤਲਵੰਡੀ ਸਾਬੋ ਰਹਿ ਕੇ ਵੀ ਦੇਖਿਆ, ਸਰਸੇ ਵਾਲਿਆਂ ਦੇ ਬਹੁਤ ਸਾਰੇ ਚੇਲੇ ਗ੍ਰੰਥੀ ਰੂਪ ਦੇ ਗੁਰਦੁਆਰੇ ਦੇ ਅੰਦਰ ਬੈਠੇ ਨੇ। ਬੇਸ਼ੱਕ ਉਹ ਤੋੜ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੋੜ ਨਹੀਂ ਰਹੇ। ਇਸ ਤਰ੍ਹਾਂ ਦੀ ਲੰਮੀ ਸਾਜ਼ਿਸ਼ ਹੈ। ਦੇਖੋ ਸਾਡੀਆਂ ਸੰਸਥਾਵਾਂ ਨੇ ਕੰਮ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਹੈ ਜਾਂ ਦਿੱਲੀ ਕਮੇਟੀ ਹੈ ਜਾਂ ਹੋਰ ਵੱਡੀਆਂ ਸੰਸਥਾਵਾਂ ਨੇ, ਇਹਨਾਂ ਨੇ ਸਿੱਖ ਸੋਚ ਨੂੰ ਸਮਝਣ ਦੇ ਲਈ, ਸਿੱਖ ਪ੍ਰਚਾਰ ਦੀ ਜਿਹੜੀ ਢੰਗ ਤਰੀਕੇ ਸਮਝਣ ਲਈ ਅਜੇ ਤੱਕ ਜੋ ਕੰਮ ਨਾ ਕਰਨ ਕਰਕੇ ਜਾਂ ਜੋ ਪਹਿਲਾਂ ਸ਼ੁਰੂ ਕੀਤਾ ਸੀ ਉਹਨੂੰ ਛੱਡ ਦੇਣ ਕਰਕੇ ਅਸੀਂ ਅੱਜ ਮਾਰ ਖਾ ਰਹੇ। ਸਿੱਖ ਸਾਹਿਬ ਜਿਹੜੇ ਸਕੈਚ ਜਾਰੀ ਹੋਏ ਸੀ, ਜਿਵੇਂ ਪਹਿਲਾਂ ਭੁੰਨੇ ਦਿਖਾ ਲਏ ਗਏ ਸੀ, ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ, ਹੁਣ ਆਪਣੇ ਸਿੱਖ ਪੜ੍ਹ ਲਏ ਗਏ ਆ ਜਿਹੜੇ ਨੌਜਵਾਨ ਮੁੰਡੇ ਜਿਹੜੇ ਪਹਿਲੋਂ ਵੀ ਯੋਗਦਾਨ ਪਾਉਂਦੇ ਰਹੇ ਆ। ਕੋਈ ਬਾਪੂ ਸੂਰ ਸਿੰਘ ਖਾਲਸਾ ਨੇ ਸੰਘਰਸ਼ ਰੱਖਿਆ ਸੀ, ਉਹ ਨੌਜਵਾਨ ਉਹ ਸੰਘਰਸ਼ ਦੇ ਵਿੱਚ ਦਾਸ ਨੇ ਅੱਖੀ ਦੇਖਿਆ, ਪਰ ਉਹਨਾਂ ਨੌਜਵਾਨਾਂ ਨੂੰ ਚੁੱਕ ਲਿਆ ਗਿਆ, ਰੀੜ੍ਹ ਦੀਆਂ ਹੱਡੀਆਂ ਟੁੱਟ ਚੁੱਕੀਆਂ ਉਹਨਾਂ ਦੀਆਂ। ਬੇਟਾ ਜਿਹੜੀ ਗੱਲ ਸਾਨੂੰ ਸਮਝ ਲੱਗਦੀ ਪਈ ਹੈ, ਜਿਹੜਾ ਪੁਲਿਸ ਪ੍ਰਸ਼ਾਸਨ ਨੇ ਇਹਨੇ ਘਟਨਾ 'ਤੇ ਪੂਰਾ ਧਿਆਨ ਕੇਂਦਰਿਤ ਨਹੀਂ ਕੀਤਾ। ਜਦੋਂ ਸਾਡੇ ਨਾਲ DIG ਖਟੜਾ ਗੱਲ ਕਰਨ ਵਾਸਤੇ ਆ ਰਿਹਾ ਸੀ, ਸਵਾਲ ਕਰੇ 4 ਮਹੀਨੇ ਤੁਹਾਡੀ ਪੁਲਿਸ ਕਿੱਥੇ ਰਹੀ? ਉਹ ਚੁੱਪ ਕਰ ਜਾਂਦੇ ਸਨ, ਕਹਿੰਦੇ ਸਾਡੀ ਗਲਤੀ ਹੈ, ਅਸੀਂ ਪਹਿਲਾਂ ਧਿਆਨ ਨਹੀਂ ਦਿੱਤਾ। ਤੁਹਾਡੇ ਸਾਹਮਣੇ DGP ਜਿਹੜਾ ਹੈ ਸਮੇਤ ਸੈਣੀ, ਇਹ ਉੱਥੇ ਜਾ ਕੇ ਕੈਬਨਿਟ ਦੇ ਵਿੱਚ ਕਹਿ ਰਿਹਾ ਕਿ ਮੈਨੂੰ ਘਟਨਾ ਦੀ ਜਾਣਕਾਰੀ ਨਹੀਂ। ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਦੇ ਜਿਹੜੇ ਗਲਤ ਅਨਸਰ ਨੇ, ਇਹਨਾਂ ਦਾ ਕਿਤੇ ਜਾਂ ਤਾਂ ਪੁਲਿਸ ਨਾਲ ਰਲੀ ਭੁਗਤ ਹੈ ਜਾਂ ਇਹਨਾਂ ਦੇ ਪ੍ਰਭਾਵ ਥੱਲੇ ਨੇ, ਜਿਹੜਾ ਉਹਨਾਂ ਨੂੰ ਸਮੇਂ ਸਿਰ ਨੰਗਿਆ ਨਾ ਕਰਕੇ ਇਹ ਘਟਨਾ ਨੂੰ ਅੰਜਾਮ ਦੇਣ ਵਾਸਤੇ ਐਡਾ ਵੱਡਾ ਜਿਹੜਾ ਤਾਂਡਵ ਨਾ ਹੋ ਗਿਆ। ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੈ। ਅਸੀਂ ਮੰਗ ਕਰ ਰਹੇ ਹਾਂ, ਇੱਥੇ ਤੇ ਅੱਜ ਗੱਲ ਸਵਾਲ ਨਹੀਂ ਆਇਆ, ਅਸੀਂ ਚਾਹੁੰਦੇ ਹਾਂ ਕਿ ਜਿਹੜਾ DGP ਹੈ ਇਹਨੂੰ ਬਰਖਾਸਤ ਕੀਤਾ ਜਾਏ ਔਰ ਕੋਈ ਚੰਗੀ ਸੋਚ ਵਾਲਾ ਪਹਿਲੇ ਪੰਜਾਬ ਦਾ ਹਿੱਤੂ ਜਿਹੜਾ ਹੈ, ਚੰਗਾ ਇਨਸਾਨ ਜਿਹੜਾ DGP ਲਾਇਆ ਜਾਏ। ਇਹ ਤੇ ਬਹੁਤ ਸਾਰੇ ਮੀਡੀਆ ਦੇ ਵਿੱਚ ਵੀ ਜਾਂ ਪਹਿਲਾਂ ਖਾੜਕੂ ਲਹਿਰ ਦੇ ਸਮੇਂ ਵੀ ਬਹੁਤ ਸਾਰੇ ਵੱਡੇ ਇਲਜ਼ਾਮ ਇਹਦੇ ਉੱਤੇ ਲੱਗ ਚੁੱਕੇ ਹੋਏ ਨੇ ਔਰ ਇਹ 'ਤੇ ਕੇਸ ਵੀ ਦਰਜ ਹੋ ਚੁੱਕੇ ਹੋਏ ਨੇ। ਇਸ ਕਰਕੇ ਇਹੋ ਜਿਹੇ ਸੱਜਣ ਇਹ ਕਦੇ ਇਨਸਾਫ ਦੀ ਕੁਰਸੀ 'ਤੇ ਬਿਠਾਉਣਾ ਨਹੀਂ ਚਾਹੀਦਾ। ਸਿੰਘ ਸਾਹਿਬ, ਤੁਸੀਂ ਕੀ ਗ੍ਰੰਥੀ ਸਿੰਘਾਂ ਦੀ ਗੱਲ ਕੀਤੀ ਸੀ, ਦਾਸ ਪਿੰਡ ਨਿੱਜਰਪੁਰੇ ਗਿਆ, ਬਾਹਰ ਗਿਆ ਸੀ, ਉੱਥੇ ਵੀ ਉਹ ਗ੍ਰੰਥੀ ਸਿੰਘ ਹੀ ਪਿਆ ਨਿਕਲਿਆ, ਪਰ ਉੱਥੇ ਜਦੋਂ ਪੁਲਿਸ ਪ੍ਰਸ਼ਾਸਨ ਕੋਲ ਜਾ ਕੇ ਪਤਾ ਕੀਤਾ, ਉਹ ਉੱਥੋਂ ਤੱਕ ਸੀਮਤ ਰਹਿ ਗਿਆ ਕਿ ਹਾਂਜੀ ਇਹਨੇ ਕਾਰਵਾਈ ਕੀਤੀ ਹੈ, ਤੋਂ ਬਾਅਦ ਕੋਈ ਨਹੀਂ, ਪਿੱਛੇ ਅੱਗੇ ਦੀ ਚਾਲ ਆ ਜਾਂ ਸਾਡੀਆਂ ਜਥੇਬੰਦੀਆਂ। ਇਹਦੇ ਵਾਸਤੇ ਜੋ ਅਸੀਂ ਵੇਖ ਕੇ ਚੱਲਦੇ ਹਾਂ, ਦੇਖੋ ਅਸੀਂ ਆਪਣੀ ਸਮਝ ਲਓ ਕਿ ਪਹਿਲਾ ਮੌਕਾ ਹੈ ਜਦੋਂ ਅਸੀਂ ਇਹਨਾਂ ਘਟਨਾਵਾਂ ਦੇ ਸਿੱਧੇ ਰੂਬਰੂ ਹੋ ਰਹੇ ਹਾਂ। ਨਹੀਂ ਤਾਂ ਆਮ ਤੌਰ 'ਤੇ ਜਿਹੜੇ ਸੱਜਣ ਇਹਨਾਂ ਇਹੋ ਜਿਹੇ ਘਟਨਾਵਾਂ ਦੇ ਰੂਬਰੂ ਹੁੰਦੇ ਸਨ ਉਹ ਦੂਜੇ ਸੱਜਣ ਹੁੰਦੇ ਸਨ। ਹਾਂਜੀ, ਉਹ 2 ਦਿਨ ਕੀਤਾ, ਕਿਸੇ ਨੇ ਕਹਿਤਾ ਚੁੱਪ ਕਰਕੇ ਮੁੜ ਕੇ ਉਸ ਤੋਂ ਬਾਅਦ ਕੋਈ ਪੈਰਵਾਰੀ ਨਹੀਂ ਕੇਸਾਂ ਦੀ ਹੁੰਦੀ। ਅਸੀਂ ਹੁਣ ਅੱਗੇ ਹੁਣੇ ਸਵਾਲ ਵੀ ਆਇਆ ਸੀ, ਅਸੀਂ ਹੁਣ ਕੋਈ ਨਾ ਕੋਈ ਤਾਲਮੇਲ ਖੜਾ ਕਰਕੇ ਆਉਣ ਵਾਲੇ ਸਮੇਂ ਦੇ ਲਈ ਜਥੇਬੰਦਕ ਢਾਂਚਾ ਖੜਾ ਕਰਕੇ ਅਸੀਂ ਸਿੱਖ ਕੌਮ ਦਾ ਜਿੰਨੇ ਵੀ ਮਸਲੇ ਨੇ ਇਹਨਾਂ ਮਸਲਿਆਂ ਦੀ ਡੂੰਘਾਈ ਤੱਕ ਜਾਣਾ, ਇਹਨਾਂ ਦਾ ਸਮਾਧਾਨ ਕਰਾਉਣਾ, ਗਲਤ ਜਿਹੜੇ ਬੱਚੇ ਨੇ ਉਹਨਾਂ 'ਤੇ ਜਿਹੜੇ ਮੁਕੱਦਮੇ ਬਣਦੇ ਨੇ ਉਹਨਾਂ ਨੂੰ ਠੀਕ ਇਨਸਾਫ ਦਿਵਾਉਣਾ। ਇਹਦੇ ਵਾਸਤੇ ਲੰਮੀ ਲੜਾਈ ਦੀ ਤਿਆਰੀ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਮਿਥਣ ਦੀ ਕੋਸ਼ਿਸ਼ ਕਰਨਾ। ਹਾਂਜੀ, ਗ੍ਰੰਥੀ ਸਿੰਘ ਦੀ ਵਾਈਫ ਫੜੀ ਗਈ, ਉਹਦੇ ਉੱਤੇ ਕੇਸ ਪਾ ਦਿੱਤਾ ਗਿਆ ਕਿ ਉਹਨੇ ਬਾਹਰ ਪਿੰਡ ਦਾ ਕੀਤਾ।
ਸਿੱਖ ਜਥੇਬੰਦੀਆਂ ਨੇ ਕੁਝ ਪਤਾ ਕੀਤਾ ਜਾ ਕੇ ਜਾਂ ਆਪਣੇ ਚਿੰਤਨ ਮੈਂ ਕਹਿੰਦੇ ਸਾਡੀ ਜਿਹੜੀ ਅਵਸਥਾ ਹੈ, ਅਸੀਂ 12 ਤਰੀਕ ਤੋਂ ਲੈ ਕੇ ਅੱਜ ਤੱਕ ਨਾ ਤੇ ਕਿ ਕਿਸੇ ਇੱਕ ਮਸਲੇ ਤੇ ਧਿਆਨ ਦੇ ਕੇਂਦਰਿਤ ਕਰ ਪਾ ਰਹੇ ਹਾਂ। ਕੋਈ ਸਾਡੇ ਸਾਹਮਣੇ ਟਾਰਗੇਟ ਹੈ ਕਿ ਪਹਿਲਾਂ ਤਾਂ ਪੰਜਾਬ ਧਰਨਿਆਂ ਨਾਲ ਇੰਨਾ ਡਿਸਟਰਬ ਹੋ ਗਿਆ ਕਿ ਆਮ ਜ਼ਿੰਦਗੀ ਜਿਹੜੀ ਸੀ ਪਰੇਸ਼ਾਨ ਹੋ ਗਈ। ਸਾਨੂੰ ਚਿੰਤਾ ਸੀ ਸਾਡੇ ਬੱਚੇ 2 ਉੱਥੇ ਸ਼ਹੀਦ ਹੋ ਗਏ ਨੇ, ਦੂਜੇ ਥਾਵਾਂ ਤੇ ਸ਼ਹੀਦ ਨਾ ਹੋ ਜਾਣ। ਅਸੀਂ ਤੇ ਭੱਜ ਕੇ ਸਾਹ ਸਾਹੀ ਹੋ ਕੇ ਸ਼ੁਕਰ ਕੀਤਾ ਕਿ ਥੋੜ੍ਹਾ ਧਰਨੇ ਖੁੱਲ੍ਹੇ ਨੇ ਤੇ ਆਪ ਸਾਡੇ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹੁਣ ਅਸੀਂ 25 ਤਰੀਕ ਦਾ ਸਾਡਾ ਧਿਆਨ ਹੈ ਕਿ 25 ਦਾ ਸਮਾਗਮ ਜਿਹੜਾ ਹੈ ਉਹ ਠੀਕ ਤਰ੍ਹਾਂ ਸੁਖ ਸ਼ਾਂਤੀ ਨਿਭ ਜਾਏ, ਕੋਈ ਸੱਜਣ ਜਾਂ ਕੋਈ ਏਜੰਸੀ ਵਿੱਚ ਗੜਬੜ ਨਾ ਕਰੇ, ਤਾਂ ਕਿ ਉਸ ਤੋਂ ਬਾਅਦ ਅਸੀਂ ਪ੍ਰੋਪਰ ਬੈਠ ਕੇ ਇਹਨਾਂ ਸਾਰੇ ਮਸਲਿਆਂ ਉੱਤੇ ਜੋ ਵੀ ਕੋਈ ਸਾਡੇ ਸਾਨੂੰ ਜ਼ਿੰਮੇਵਾਰੀਆਂ ਬਣਦੀਆਂ ਨੇ, ਭਾਵੇਂ ਮੁਕੱਦਮਿਆਂ ਦੀ ਜ਼ਿੰਮੇਵਾਰੀ ਹੈ, ਭਾਵੇਂ ਪਿੰਡ ਜਾ ਕੇ ਪੈਰਵਾਈ ਕੁਝ ਕਰਨ ਵਾਲੀ, ਜਿਵੇਂ ਭਾਵੇਂ ਬਾਠ ਪਿੰਡ ਹੈ, ਨਿਜਰਾ ਪਿੰਡ ਹੈ, ਜਾਂ ਸੰਗਰੂਰ ਦਾ ਪਿੰਡ ਹੈ, ਜਾਂ ਫਿਰੋਜ਼ਪੁਰ ਦਾ ਪਿੰਡ ਹੈ, ਅਸੀਂ ਹਰ ਥਾਂ ਤੇ ਜਾਵਾਂਗੇ। ਜਾਂ ਗੁਰੂਸਰ ਪਿੰਡ ਹੈ ਬਠਿੰਡੇ ਜਿਹੜੇ ਭਗਤੇ ਦੇ ਭਾਈ ਦੇ ਲਾਗੇ, ਹਰ ਥਾਂ ਤੇ ਜਾ ਕੇ ਹਰ ਗੱਲ ਦਾ ਘਟਨਾ ਵੇਰਵਾ ਲਵਾਂਗੇ, ਲੈ ਕੇ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਸਿੰਘ ਸਾਹਿਬ ਜਿਹੜੇ ਅੱਜ ਅਲੱਗ-ਅਲੱਗ ਜਗ੍ਹਾ ਤੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਧਰਨੇ ਲੱਗੇ ਉੱਥੇ ਅਖੰਡ ਪਾਠ ਸਾਹਿਬ ਧਾਰੇ ਗਏ ਆ ਕਿ 25 ਤਰੀਕ ਨੂੰ ਵੀ ਸੰਗਤ ਉੱਥੇ ਜਿਹੜੀ ਪਿੰਡ ਵਿੱਚ ਸਮਾਗਮ ਮਨਾਉਣਾ ਉੱਥੇ ਨਾ ਪਹੁੰਚ ਸਕੇ, ਜਿਹੜੇ ਇੱਥੇ ਸਮਾਗਮਾਂ ਵਿੱਚ ਵੀ ਪਹੁੰਚੇ, ਕਿ ਉਸ ਬਾਰੇ ਕੀ ਕਹਿਣਾ? ਅਸੀਂ ਜਿਹੜੀ ਹੁਣ ਭਾਵਨਾ ਨੂੰ ਸਿੱਖਾਂ ਨੇ ਰੱਖ ਲਏ ਨੇ ਆਪਣੇ ਅੰਦਰ ਦੇ ਜਜ਼ਬੇ ਨਾਲ, ਅਸੀਂ ਉਹਨਾਂ ਦੀ ਭਾਵਨਾ ਨੂੰ ਸਤਿਕਾਰ ਕਰਦੇ ਹਾਂ ਤੇ ਅਸੀਂ ਬੇਨਤੀ ਕਰਾਂਗੇ ਜਿੱਥੇ ਵੀ ਕਰ ਰਹੇ ਸਮਾਗਮ ਬੜਾ ਸਹਿਜ ਨਾਲ ਕਰਨ, ਜਜ਼ਬੇ ਨੂੰ ਆਪਣੇ ਕਾਬੂ 'ਚ ਰੱਖ ਕੇ ਕਰਨ। ਕੋਈ ਇਸ ਤਰ੍ਹਾਂ ਦਾ ਵਾਤਾਵਰਨ ਨਾ ਬਣੇ ਕਿ ਸਾਡੇ ਨੌਜਵਾਨ ਕਿਤੇ ਮੁੜ ਕੇ ਸੰਗੀਨਾਂ ਦੇ ਸਾਹਮਣੇ ਨਿਸ਼ਾਨਾ ਬਣਾਏ ਜਾ ਸਕਣ। ਇਹ ਗੱਲ ਬਚਣ ਦੀ ਸਾਨੂੰ ਹਰ ਥਾਂ ਤੇ ਲੋੜ ਹੈ। ਅਸੀਂ ਸਾਰੇ ਸਿੱਖਾਂ ਦਾ, ਸੰਸਥਾਵਾਂ ਦਾ ਜੋ ਸਹਿਯੋਗ ਦੇ ਰਹੇ ਨੇ, ਮੀਡੀਆ ਚੈਨਲ ਜੋ ਸਹਿਯੋਗ ਦੇ ਰਹੇ ਨੇ, ਅਸੀਂ ਸਾਰਿਆਂ ਦੇ ਤਹਿ ਦਿਲ ਤੋਂ ਧੰਨਵਾਦੀ। ਸਿੰਘ ਸਾਹਿਬ, ਸਿੱਖ ਕੌਮ ਦੇ ਇੰਨੇ ਵਿਦਵਾਨ ਬੈਠੇ ਹੋਏ ਆ, ਇਹਨਾਂ ਕੁਝ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ, ਕਹਿੰਦੇ ਪਾਸਟ ਜਿਹੜਾ ਹੁੰਦਾ ਹੈ ਉਹ ਵੀ ਫਿਊਚਰ ਦਾ ਜਿਹੜਾ ਅੱਗੋਂ ਸਟੈਪ ਬਣਾਉਂਦਾ। ਤੁਹਾਨੂੰ ਕੀ ਲੱਗਦਾ ਸਿੱਖ ਕੌਮ ਦੇ ਲਈ ਫਿਊਚਰ ਕੀ ਹੈ? ਸਾਡਾ ਜਿਹੜਾ ਫਿਊਚਰ ਹੈ, ਜੇ ਅਸੀਂ ਅੱਜ ਇਕੱਠੇ ਹੋ ਕੇ ਤੁਰ ਪਵਾਂਗੇ ਤੇ ਫਿਊਚਰ ਸਾਡਾ ਬੜਾ ਸੁਨਹਿਰਾ ਸਾਡਾ ਫਿਊਚਰ ਹੈ। ਅਗਰ ਅਸੀਂ ਅੱਜ ਜੇ ਜ਼ਿੰਮੇਵਾਰ ਠੀਕ ਤਰ੍ਹਾਂ ਨਾ, ਕੌਮ ਬਾਰੇ ਠੀਕ ਤਰ੍ਹਾਂ ਨਾ ਸੋਚ ਸਕੇ, ਹਰ ਪੱਖ ਦੀ ਅਗਵਾਈ ਨਾ ਕਰ ਸਕੇ, ਤੇ ਫਿਰ ਉਹੀ ਤਾਂ ਧੁੰਦਲਾਪਨ ਜੋ ਪਿੱਛੇ ਅਸੀਂ ਭੋਗਿਆ ਸੰਤਾਪ, ਅੱਗੇ ਭੋਗਣੀ ਕੌਮ ਨੂੰ ਅਸੀਂ ਮਜਬੂਰ ਕਰਨ ਵਾਲੇ ਅਸੀਂ ਲੋਕ ਹੋਵਾਂਗੇ।